ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਹਰ ਐਂਗਲ ਤੋਂ, ਹਰ ਪੱਖ ਤੋਂ ਸਾਨੂੰ ਸੰਸਾਰੀ ਤੌਰ ਤੇ ਸਮਤ ਬਖਸ਼ਿਸ਼ ਕਰਕੇ ਅਕਾਲ ਪੁਰਖ ਰੱਬ ਨਾਲ ਜੋੜਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮਸਤ ਸੰਸਾਰ, ਸਮੁੱਚੀ ਕਾਇਨਾਤ ਦੇ ਲੋਕਾਂ ਦੇ ਕੰਮ ਆਉਣ ਵਾਲਾ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿਸੇ ਇੱਕ ਮਤ, ਮਜ਼ਹਬ, ਜਾਤ, ਵਰਨ ਜਾਂ ਦੇਸ਼ ਕੌਮ ਦੇ ਲੋਕਾਂ ਵਾਸਤੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮਸਤ ਸੰਸਾਰ ਦੇ ਕਲਿਆਣ ਹਿੱਤ ਹੈ। ਦੁਨੀਆ ਵਿੱਚ ਜਿੰਨੇ ਵੀ ਗ੍ਰੰਥ ਹਨ ਉਹ ਸਤਿਕਾਰਯੋਗ, ਸਨਮਾਨਯੋਗ ਹਨ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕੋ ਇੱਕ ਵਾਹਿਦ ਇਸ ਧਰਤੀ ਉੱਤੇ ਗ੍ਰੰਥ ਹਨ ਜਿਨ੍ਹਾਂ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੈ। ਹੋਰ ਕਿਸੇ ਗ੍ਰੰਥ ਨੂੰ ਸਤਿਕਾਰ, ਸਨਮਾਨ ਜ਼ਰੂਰ ਹੈ, ਪਰ ਸਾਧ ਸੰਗਤ ਗੁਰੂ ਦੀ ਪਦਵੀ ਕਿਸੇ ਗ੍ਰੰਥ ਨੂੰ ਪ੍ਰਾਪਤ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਲੋਕਾਂ ਦੇ ਭਲੇ ਵਾਸਤੇ ਤੁਰਕੀ ਬਾਣੀ ਉਚਾਰਨ ਕੀਤੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਾਧ ਸੰਗਤ ਕੱਲੀਆਂ ਰੱਬ ਦੀਆਂ ਕਥਾਵਾਂ ਨਹੀਂ, ਰੱਬ ਦੀਆਂ ਕਥਾ ਕਹਾਣੀਆਂ, ਬਾਤਾਂ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੁਰਕੀ ਬਾਣੀ ਉਹ ਲਾਈਵ ਪੈਗਾਮ ਹੈ ਜਿਹਦੇ ਅੰਦਰ ਸਿੱਧੀ ਰੱਬ ਨਾਲ ਗੱਲ ਕਰਵਾਈ ਜਾਂਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ ਤਾਂ ਪੜ੍ਹਨ ਵਾਲੇ ਦੀ ਸਿੱਧੀ ਗੱਲ ਅਕਾਲ ਪੁਰਖ ਰੱਬ ਪਰਮਾਤਮਾ ਨਾਲ ਹੁੰਦੀ ਹੈ। ਵਿੱਚ ਵਿਚਾਲੇ ਹੋਰ ਕੋਈ ਵਿਚੋਲਾ ਨਹੀਂ। ਗੁਰੂ ਦੇ ਰਾਹੀਂ ਸਿੱਧੀ ਅਕਾਲ ਪੁਰਖ ਪਰਮਾਤਮਾ ਨਾਲ ਗੱਲ ਹੋ ਰਹੀ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਰੱਬ ਕੋਲੋਂ ਕੁਝ ਮੰਗਣਾ ਹੋਵੇ ਤਾਂ ਪਾਤਸ਼ਾਹ ਨੇ ਅਰਦਾਸ ਰੂਪ ਵਿੱਚ ਬਾਣੀ ਉਚਾਰਨ ਕੀਤੀ, ਆਪਣੇ ਮਨ ਦੀ ਵਿਰਥਾ ਅਕਾਲ ਪੁਰਖ ਰੱਬ ਨੂੰ ਕਹਿ। ਕੋਈ ਕੰਮ ਲੋੜੀਂਦਾ ਹੋਵੇ, ਤੂੰ ਕਰਵਾਉਣਾ ਚਾਹੁੰਦਾ ਤੇ ਸਿੱਧੀ ਰੱਬ ਨਾਲ ਗੱਲ ਕਰ। ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕੋਈ ਤੇਰੇ ਮਨ ਦੀ ਵਿਰਥਾ ਹੈ ਤਾਂ ਆਪਣੇ ਜੀ ਦੀ, ਮਨ ਦੀ, ਹਿਰਦੇ ਦੀ ਅਰਦਾਸ, ਵੇਦਨਾ ਜੋ ਤੂੰ ਕਹਿਣਾ ਚਾਹੁੰਦਾ ਭਾਈ ਸਿੱਧਾ ਰੱਬ ਨੂੰ ਕਹਿ ਸਕਣਾ। ਜੇ ਤੇਰੇ ਮਨ ਦੇ ਅੰਦਰ ਸੰਸਾਰ ਦੇ ਰੋਗ ਨੇ, ਕਾਮ, ਕ੍ਰੋਧ, ਲੋਭ, ਅਹੰਕਾਰ, ਈਰਖਾ, ਦਵੈਸ਼, ਵਿਕਾਰ ਤੈਨੂੰ ਤੰਗ ਕਰਦੇ ਨੇ, ਸਿੱਧਾ ਰੱਬ ਨੂੰ ਕਹਿ। ਕੋਈ ਵਾਰੀ ਤੌਰ ਤੇ ਤਨ ਨੂੰ, ਸਰੀਰ ਨੂੰ ਰੋਗ ਤੰਗ ਕਰ ਰਹੇ ਨੇ, ਸਿੱਧਾ ਰੱਬ ਨੂੰ ਕਹਿ ਸਕਣਾ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੀ ਸਿੱਧੀ ਰੱਬ ਨਾਲ ਗੱਲ ਕਰਾਉਂਦੀ। ਜਦੋਂ ਜੀ ਦੀ, ਮਨ ਦੀ ਵਿਰਥਾ ਕਹਿਣ ਦੀ ਗੱਲ ਆਈ, ਉਦੋਂ ਹਜ਼ੂਰ ਨੇ ਕਿਹਾ, ਧਾਵੋਂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੇਂ ਦੂਤ ਕਵਣ ਵਿਦ ਮਾਰਣੇ। ਤੇ ਰੱਬ ਨੇ ਜਵਾਬ ਦਿੱਤਾ, ਤਿੱਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਹਰਹਾ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ। ਸਤਿਗੁਰ ਦੇ ਚਰਨਾਂ ਵਿੱਚ ਸਿੱਧੀ ਅਰਦਾਸ। ਜਦੋਂ ਕੋਈ ਸਰੀਰ ਦੇ ਦੁੱਖ ਰੋਗ ਦੀ ਗੱਲ ਚੱਲੀ, ਉਦੋਂ ਸਿੱਧੀ ਅਰਦਾਸ ਆਪਣੇ ਦੁੱਖ ਰੋਗ ਦੀ ਕਰ ਕਿ ਪਾਤਸ਼ਾਹ ਆਹ ਕੁਝ ਮੇਰੇ ਸਰੀਰ ਨੂੰ ਰੋਗ ਹੈ। ਤਾਂ ਗੁਰੂ ਫਿਰ ਉਹ ਆਪ ਅਕਾਲ ਪੁਰਖ ਰੱਬ ਨਾਲ ਸਿੱਧੀ ਗੱਲ ਕਰਾਉਂਦਾ। ਤੇ ਜਦੋਂ ਰੱਬ ਵਿੱਚ ਸਹਾਈ ਹੋ ਜਾਏ, ਫਿਰ ਸਾਧ ਸੰਗਤ ਦੁਨੀਆ ਦੀ ਮਾਮੂਲੀ ਜਿਹੀ ਦਵਾਈ ਸਰੀਰ ਦੇ ਰੋਗ ਕੱਟਣ ਲੱਗ ਪੈਂਦੀ ਹੈ। ਤੁਸੀਂ ਸਿਆਣੇ ਸੱਜਣ ਬੈਠੇ ਹੋ, ਰੱਬ ਵਿੱਚ ਹਾਜ਼ਰ ਨਾ ਹੋਵੇ, ਲੱਖਾਂ ਰੁਪਏ ਦੀ ਦਵਾਈ ਵੀ ਤੰਦਰੁਸਤ ਨਹੀਂ ਕਰ ਸਕਦੀ।
ਤੇ ਜੇ ਰੱਬ ਦੀ ਨਜ਼ਰ ਹੋ ਜਾਏ, ਰੱਬ ਦੀ ਬਖਸ਼ਿਸ਼ ਹੋ ਜਾਏ, ਤਾਂ ਸਾਧ ਸੰਗਤ ਉਹ 5 ਪੈਸੇ ਦੀ ਦਵਾਈ ਵੀ ਸਰੀਰ ਨੂੰ ਤੰਦਰੁਸਤੀ ਦੇਣ ਲੱਗ ਪੈਂਦੀ। ਤਾਈਓ ਸਾਹਿਬ ਨੇ ਬਚਨ ਕਹੇ, ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਸਾਡੇ ਮਨ ਦਾ ਭਰਮ ਦੂਰ ਕੀਤਾ। ਭਾਈ ਜੇ ਡਾਕਟਰਾਂ ਨਾਲ ਹੀ ਤੰਦਰੁਸਤੀ ਮਿਲਦੀ ਹੋਵੇ, ਫਿਰ ਜਿੰਨੇ ਅਮੀਰ ਲੋਕ ਨੇ ਉਹ ਤਾਂ ਕਦੇ ਰੋਗੀ ਨਾ ਹੋਣ, ਉਹ ਤਾਂ ਜਦੇ ਹੀ ਤੰਦਰੁਸਤ ਹੋ ਜਾਣ ਪੈਸੇ ਦੇ ਕੇ। ਜੇ ਮਹਿੰਗੇ ਡਾਕਟਰਾਂ ਦੇ ਹੱਥ ਵਾਸੀ ਤੰਦਰੁਸਤੀ ਹੋਵੇ, ਫਿਰ ਤਾਂ ਸਾਰਾ ਸੰਸਾਰ ਜਿਨ੍ਹਾਂ ਕੋਲ ਪੈਸਾ ਉਹ ਤੰਦਰੁਸਤ ਹੋ ਸਕਦੇ ਨੇ। ਤਾਂ ਹਜ਼ੂਰ ਨੇ ਕਿਹਾ, ਵੈਦਾਂ ਸੰਦਾਂ ਸੰਗ ਇਕੱਠਾ ਹੋਇਆ। ਡਾਕਟਰ ਆਪਣੀਆਂ ਦਵਾਈਆਂ ਲੈ ਕੇ, ਸੰਦ ਸਮਾਨ ਲੈ ਕੇ ਉਹ ਇਕੱਠੇ ਹੋ ਸਕਦੇ ਨੇ ਕਿਸੇ ਦਾ ਇਲਾਜ ਕਰਨ ਲਈ, ਪਰ ਇਹ ਸੱਚ ਹੈ ਕਿ ਔਖਦ ਆਏ ਰਾਸ, ਦਵਾਈ ਉਦੋਂ ਕੰਮ ਕਰਦੀ ਹੈ। ਔਖਦ ਆਏ ਰਾਸ ਵਿੱਚ ਆਪ ਖਲੋਇਆ, ਜਦੋਂ ਰੱਬ ਆ ਕੇ ਵਿੱਚ ਖੜਾ ਹੋ ਜਾਏ, ਜਦੋਂ ਪਰਮਾਤਮਾ ਅਕਾਲ ਪੁਰਖ ਸਿੱਧੀ ਕਿਰਪਾ ਕਰੇ, ਫਿਰ ਡਾਕਟਰ ਦੀ ਦਿੱਤੀ ਦਵਾਈ ਵੀ ਤੰਦਰੁਸਤੀ ਦੇਣ ਲੱਗ ਪਈ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੇ ਸਿੱਧੀ ਰੱਬ ਨਾਲ ਗੱਲ ਕਰਾਈ। ਔਰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿਸੇ ਇੱਕ ਧਰਮ, ਜਾਤ, ਵਰਨ, ਮਜ਼ਹਬ ਦੇ ਲੋਕਾਂ ਵਾਸਤੇ ਨਹੀਂ। ਇਹ ਬਾਣੀ ਕਿਸੇ ਵੀ ਧਰਮ, ਜਾਤ, ਵਰਨ, ਮਜ਼ਹਬ, ਦੇਸ਼, ਕੌਮ ਦਾ ਬੰਦਾ ਪੜ੍ਹ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹ ਰੱਬ ਹੈ, ਸਾਧ ਸੰਗਤ, ਜਿਹੜਾ ਇੱਕ ਕਿਸੇ ਦੇ ਪਿਓ ਦਾ ਨਹੀਂ। ਆਪਾਂ ਗੁਰਦੁਆਰੇ ਆ ਕੇ ਵੀ ਬੰਦਾ ਕਿਸੇ ਦੇ ਘਰ ਦੇ ਮੂਹਰੇ ਬਹਿ ਜਾਏ, ਉਹ 2-4 ਘੰਟਿਆਂ ਬਾਅਦ ਉਹਨੂੰ ਉਠਾ ਦਿੰਦਾ ਵੀ ਕਿਉਂ ਬੈਠਾ ਸਾਡੇ ਗੇਟ ਮੂਹਰੇ। ਕੋਈ ਭਿਖਾਰੀ ਹੋਵੇ, ਮੰਗਤਾ ਹੋਵੇ, 1-2-4 ਦਿਨ ਕੋਈ ਘਰ ਆਉਂਦਾ ਰਵੇ ਤਾਂ ਉਹਨੂੰ ਲੋਕ ਰੋਕ ਦਿੰਦੇ ਨੇ, ਤੂੰ ਸਾਡਾ ਦਰਵਾਜ਼ਾ ਕਿਉਂ ਰੋਜ਼ ਖੜਕਾਉਣਾ ਵੇ। ਇੱਕ ਗੁਰੂ ਦਾ ਘਰ ਹੈ, ਜਿੱਥੇ ਕੋਈ ਆ ਕੇ ਜਦੋਂ ਮਰਜ਼ੀ ਬਹਿ ਜਾਏ, ਜਦੋਂ ਮਰਜ਼ੀ ਦਰਸ਼ਨ ਕਰੇ, ਤਾਂ ਸਾਧ ਸੰਗਤ ਉਹਨੂੰ ਕੋਈ ਰੋਕ ਨਹੀਂ ਸਕਦਾ। ਇਹ ਗੁਰੂ ਦਾ ਉਹ ਘਰ ਹੈ ਜਿਹੜਾ ਬੰਦਾ ਰੋਕਣ ਵਾਲੇ ਨੂੰ ਕਹਿ ਸਕਦਾ, ਭਾਈ ਇਹ ਤੇਰੇ ਪਿਓ ਦਾ। ਏਦਾਂ ਅਕਾਲ ਪੁਰਖ ਰੱਬ ਦੀ ਜਦੋਂ ਗੱਲ ਚੱਲੀ, ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਦੁਨੀਆ ਦੇ ਲੋਕੋ, ਰੱਬ ਤਾਂ ਪ੍ਰੇਮ ਦਾ ਬੱਝਿਆ ਹੋਇਆ, ਰੱਬ ਕਿਸੇ ਦੇ ਪਿਓ ਦਾ ਥੋੜੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਦੇ ਪਿਓ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਧ ਸੰਗਤ ਪ੍ਰੇਮ ਕਰਨ ਵਾਲਿਆਂ ਦਾ ਗੁਰੂ ਹੈ। ਜਦੋਂ ਕੋਈ ਪ੍ਰੇਮ ਕਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੇ ਗੁਰੂ ਹੋ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹਿੰਦੂ ਦੇ, ਮੁਸਲਮਾਨ, ਜੈਨੀ, ਬੋਧੀ, ਈਸਾਈ ਸਾਰਿਆਂ ਦੇ ਗੁਰੂ ਹੋ ਸਕਦੇ ਨੇ। ਇਹ ਤਾਂ ਜੇ ਲੋਕਾਂ ਨੂੰ ਸੋਝੀ ਸਮਝ ਨਹੀਂ ਆਈ, ਕਿਉਂਕਿ ਅਸੀਂ ਧਰਮਾਂ, ਮਜ਼ਹਬਾਂ ਤੇ ਗ੍ਰੰਥਾਂ ਦੇ ਝਗੜੇ ਦੇ ਅੰਦਰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਮਝ ਨਹੀਂ ਸਕੇ। ਜਿੱਦਣ ਸੰਸਾਰ ਦੇ ਲੋਕਾਂ ਨੂੰ ਸੋਝੀ ਆਏਗੀ, ਉਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਅਹਿਮੀਅਤ ਲੋਕਾਂ ਨੂੰ ਪਤਾ ਲੱਗੇ। ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਇਹ ਬੇਨਤੀ ਕਹੀ, ਅਮਰੀਕਾ ਦੀ ਇੱਕ ਅੰਗਰੇਜ਼ ਫਿਲਾਸਫਰ ਹੈ, ਉਹਨੂੰ ਪੂਰੇ ਵਰਲਡ ਦਾ ਸਭ ਤੋਂ ਵੱਡਾ ਪੁਰਸਕਾਰ ਪ੍ਰਾਪਤ ਹੋਇਆ ਹੈ, ਨੋਬਲ ਪੁਰਸਕਾਰ, ਜਿਹੜਾ ਅਮਰੀਕਾ ਤੋਂ ਪੂਰੇ ਵਰਲਡ ਵਿੱਚੋਂ ਚੁਣਿੰਦਾ ਬੰਦਿਆਂ ਨੂੰ ਮਿਲਦਾ। ਉਹ ਬਹੁਤ ਵੱਡੀ ਫਿਲਾਸਫਰ ਹੈ, ਉਹਨੇ ਕਈ PhDਆਂ ਕੀਤੀਆਂ ਨੇ ਧਰਮ ਦੇ ਉੱਤੇ, ਤੇ ਉਹਨੇ ਇੱਕ ਸਟੇਟਮੈਂਟ ਦਿੱਤੀ, ਉਹ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਵੀ ਛਾਪੀ ਹੈ ਤਾਂ ਜੋ ਲੋਕਾਂ ਤੱਕ ਉਹ ਗੱਲ ਪਹੁੰਚ ਸਕੇ। ਉਹਦਾ ਨਾਮ ਹੈ ਮਿਸ ਐਸ ਪਰਲ ਵਕ। ਉਹਨੂੰ ਮਿਸ ਜੀਨਾ ਕੌਲਰ ਵੀ ਕਹਿੰਦੇ ਨੇ। ਨੋਬਲ ਪੁਰਸਕਾਰ ਨਾਲ ਉਹਨੂੰ ਵਰਲਡ ਵਿੱਚ ਸਨਮਾਨ ਮਿਲਿਆ ਹੈ। ਉਹਨੇ ਸਟੇਟਮੈਂਟ ਦਿੱਤੀ, ਦੁਨੀਆ ਦੇ ਲੋਕੋ, ਫਿਲਾਸਫਰ ਹੋਣ ਦੇ ਨਾਤੇ ਇੱਕ ਦਿਨ ਮੇਰੇ ਭਾਗ ਵੱਡੇ, ਜਿੱਦਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਮੈਨੂੰ ਫਸਟ ਵੋਲੀਅਮ ਇੰਗਲਿਸ਼ ਵਿੱਚ ਪੜ੍ਹਨ ਵਾਸਤੇ ਮਿਲਿਆ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਸਟੱਡੀ ਕੀਤੀ ਤੇ PhD ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਨੇ ਪੜ੍ਹਨੀ ਸ਼ੁਰੂ ਕੀਤੀ, ਉਹ ਕਹਿੰਦੀ ਪਹਿਲਾਂ ਮੈਂ ਜਾਣਕਾਰੀ ਲਈ ਇਹ ਕਿੱਡਾ ਵੱਡਾ ਗ੍ਰੰਥ ਹੈ, ਤਾਂ ਜਦੋਂ ਮੈਂ ਇਹ ਸੁਣਿਆ ਕਿ ਇਸ ਗ੍ਰੰਥ ਦਾ ਆਕਾਰ, ਇਹਦੀ ਗਿਣਤੀ, ਇਹਦੇ ਅੰਗ 1430 ਅੰਗ, ਬਹੁਤ ਵੱਡਾ ਆਕਾਰ ਹੈ, ਤਾਂ ਕਹਿੰਦੀ ਮੇਰੇ ਮਨ ਵਿੱਚ ਆਇਆ ਕਿ ਇੰਨੇ ਪੇਜ ਇਸ ਗ੍ਰੰਥ ਦੇ, 1430 ਅੰਗ,
ਇਹਦੇ ਵਿੱਚ ਬਹੁਤ ਵੱਖਰੀਆਂ ਵੱਖਰੀਆਂ ਵਿਚਾਰਾਂ ਹੋਣਗੀਆਂ, ਪਰ ਜਦੋਂ ਮੈਂ ਇੱਕ ਓੰਕਾਰ ਤੋਂ ਵਿਆਖਿਆ ਪੜ੍ਹਨੀ ਸ਼ੁਰੂ ਕੀਤੀ ਤਾਂ ਉਹ ਕਹਿੰਦੀ ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਘਟਨਾ ਘਟੀ ਕਿ ਜਿਸ ਗ੍ਰੰਥ ਦੀ ਮੈਂ ਵਿਚਾਰ ਵਿਆਖਿਆ ਪੜ੍ਹਨੀ ਸ਼ੁਰੂ ਕੀਤੀ, ਪਰਤ ਕੇ ਕਿਸੇ ਹੋਰ ਗ੍ਰੰਥ ਕਿਤਾਬ ਨੂੰ ਪੜ੍ਹਨ ਨੂੰ ਮਨ ਨਾ ਕੀਤਾ। ਲਗਾਤਾਰ 7 ਸਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਉਹ ਟਰਾਂਸਲੇਟ ਪੜ੍ਹਦੀ ਰਹੀ। 7 ਸਾਲਾਂ ਵਿੱਚ ਉਹਨੇ ਵਿਆਖਿਆ ਪੂਰੀ ਕੀਤੀ ਔਰ 7 ਸਾਲਾਂ ਬਾਅਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿਚਲਾ ਉਪਦੇਸ਼ ਜਿਹੜਾ ਉਹ ਪੜਨ ਤੋਂ ਬਾਅਦ ਉਹਨੇ ਫਿਰ ਇੱਕ ਸਟੇਟਮੈਂਟ ਦਿੱਤੀ। ਇੱਕ ਬੇਨਤੀ ਮੈਂ ਹੋਰ ਇੱਥੇ ਰੁਕ ਕੇ ਕਰਾਂਗਾ ਸਾਧ ਸੰਗਤ, 7 ਸਾਲਾਂ ਵਿੱਚ ਉਹਨੇ ਵਿਆਖਿਆ ਪੜ੍ਹੀ। ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਵਾਸਤੇ 7 ਦਿਨ ਵੀ ਹੁਣ ਨਹੀਂ ਸਾਧ ਸੰਗਤ। ਕਿਉਂ? ਅਸੀਂ ਗੁਰੂ ਦੇ ਸਿੱਖ ਜ਼ਰੂਰ ਰਖਵਾਉਨੇ। ਮੈਂ ਰਾਤੀ ਵੀ ਬੇਨਤੀ ਕੀਤੀ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਭੋਗਾਂ ਵਾਸਤੇ ਰੱਖ ਲੈ ਕਿ ਕਿਸੇ ਦੇ ਦੁੱਖ ਸੁੱਖ ਵਿਆਹ ਸ਼ਾਦੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਉਣਾ ਚਾਹੁੰਦਾ, ਕਿਸੇ ਦੇ ਕੋਈ ਮਿਰਤਕ ਪ੍ਰੋਗਰਾਮ ਹੈ, ਉੱਥੇ ਪਾਠ ਲੈ ਜਾਓ। ਸਾਧ ਸੰਗਤ, ਲੋਕ ਉਸ ਹਿਸਾਬ ਨਾਲ ਮੰਗ ਕਰਦੇ ਨੇ। ਸਾਡੇ ਪਿੰਡ ਵਿੱਚ ਜੀ ਗੁਰਦੁਆਰਾ ਇੱਥੇ 10 ਸਰੂਪ ਚਾਹੀਦੇ ਨੇ। ਕਾਹਦੇ ਵਾਸਤੇ? ਉਹ ਕਹਿੰਦੇ ਜੀ ਪਾਠ ਜ਼ਿਆਦਾ ਆਉਂਦੇ ਨੇ। ਹੁਣ ਪਾਠ ਕਰਾਉਣਾ ਮਾੜਾ ਨਹੀਂ ਹੈ, ਅਖੰਡ ਪਾਠ ਸਾਹਿਬ ਕਰਾਉਣੇ ਜਾਂ ਪਾਠ ਕਰਾਉਣਾ ਮਾੜਾ ਨਹੀਂ, ਪਰ ਆਪਾਂ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੰਨਾ ਹੀ ਸੀਮਤ ਰੱਖ ਲਈਏ। ਨਹੀਂ ਜੀ ਗੁਰਦੁਆਰੇ ਇਸ ਵਾਸਤੇ ਕਿ ਭੋਗ ਹੋਵੇ, ਕੋਈ ਪਾਠ ਕਰਾਉਣਾ ਹੋਵੇ, ਇਹ ਤਾਂ ਇਨਕਮ ਦਾ ਸਿਸਟਮ ਸਾਧਨ ਬਣਾ ਲਿਆ। ਆ ਜਿਹੜਾ ਤੁਸੀਂ ਗੁਰਮਤਿ ਸਮਾਗਮ ਕਰਾ ਰਹੇ ਹੋ ਨਾ, ਅਸਲ ਵਿੱਚ ਗੁਰਦੁਆਰਿਆਂ ਦੀ ਅਹਿਮੀਅਤ, ਗੁਰਦੁਆਰੇ ਇਸ ਵਾਸਤੇ ਬਣੇ ਸੀ, ਹਰ ਰੋਜ਼ ਗੁਰੂ ਕੋਲ ਬਹਿ ਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇੱਥੇ ਗੁਰੂ ਦੇ ਉਪਦੇਸ਼ ਦੀ ਸੋਝੀ ਲੈਣੀ ਸੀ। ਪਰ ਜ਼ਿਆਦਾਤਰ ਗੁਰਦੁਆਰਿਆਂ ਦੇ ਅੰਦਰ ਸਾਧ ਸੰਗਤ ਭੋਗ ਵਾਸਤੇ ਆਪਾਂ ਗੁਰਦੁਆਰੇ ਬਣਾਏ ਨੇ ਕਿ ਲੋ ਜੀ ਹੋਰ ਗੁਰੂ ਗ੍ਰੰਥ ਸਾਹਿਬ ਰੱਖ ਲਓ। ਕਿਉਂ? ਪ੍ਰੋਗਰਾਮ ਜੋ ਜ਼ਿਆਦਾ ਹੁੰਦੇ। ਉਸ ਅੰਗਰੇਜ਼ ਔਰਤ ਨੇ ਲਿਖਿਆ, 7 ਸਾਲਾਂ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ। ਮੈਂ ਤਾਂ ਬੇਨਤੀ ਕੀਤੀ, ਆਪਣੇ ਕੋਲ 7 ਦਿਨ ਵੀ ਨਹੀਂ। ਕਦੇ ਪੰਥ ਵਿੱਚ ਇੱਕ ਪ੍ਰਮਾਣਿਤ ਪਾਠ ਹੈ ਜਿਹਨੂੰ ਸਹਿਜ ਪਾਠ ਕਹਿੰਦੇ ਨੇ। 7 ਦਿਨਾਂ ਵਿੱਚ ਹੋ ਜਾਏ, 8 ਚ ਹੋ ਜਾਏ, 10 ਦਿਨਾਂ ਚ ਹੋ ਜਾਏ। ਸਹਿਜ ਦਾ ਅਰਥ ਹੈ ਜਿਹੜਾ ਸਹਿਜੇ ਸਹਿਜੇ ਹੋ ਜਾਏ। ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ। ਜਦੋਂ ਕਿਸੇ ਘਰ ਦੇ ਅੰਦਰ ਕੋਈ ਵਿਆਹ ਸ਼ਾਦੀ, ਦੁੱਖ ਸੁੱਖ, ਖੁਸ਼ੀ ਹੋਵੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਹਾਰਾ ਲਵੇ, ਪਾਠ ਕਰਾਵੇ ਤੇ ਪਾਠ ਆਰੰਭ ਕਰਕੇ ਸਹਿਜ ਨਾਲ ਉਹ ਪਰਿਵਾਰ ਆਪ ਪੜ੍ਹੇ ਜਾਂ ਕਿਸੇ ਸੁਲਝੇ ਹੋਏ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਕੋਲੋਂ ਪਾਠ ਕਰਵਾਵੇ ਤੇ ਪਰਿਵਾਰ ਬਹਿ ਕੇ ਸੁਣੇ। ਉਹਦੇ ਵਾਸਤੇ ਦਿਨ ਨਿਸ਼ਚਿਤ ਨਹੀਂ ਹੈ ਕਿ 7 ਦਿਨਾਂ 'ਚ ਭੋਗ ਪਾਉਣਾ, 8 ਦਿਨਾਂ 'ਚ ਪਾਉਣਾ, 10 ਦਿਨ ਵੀ ਲੱਗ ਸਕਦੇ ਨੇ। ਸਹਿਜ ਦਾ ਅਰਥ ਹੈ ਜਿਹੜਾ ਸਹਿਜ ਨਾਲ ਪਾਠ ਹੋ ਰਿਹਾ। ਉਹਨੂੰ ਰੋਜ਼ ਇੱਕ ਦਿਨ ਵਿੱਚ 200 ਅੰਗ ਵੀ ਹੋ ਸਕਦਾ ਹੈ, 150 ਅੰਗ ਕਰੋ ਤਾਂ 10-12 ਦਿਨ ਲੱਗ ਜਾਂਦੇ ਨੇ। ਸਾਧ ਸੰਗਤ, ਉਹ ਪਾਠ ਕਰਾਉਣੇ ਅਸੀਂ ਹੁਣ ਪਿੰਡਾਂ 'ਚ ਬੰਦ ਕਰ ਦਿੱਤੇ। ਸਹਿਜ ਪਾਠ ਨਹੀਂ ਕਰਾਉਂਦੇ। ਕਿਉਂ ਜੀ? ਵਕਤ ਘੱਟ ਹੈ। ਫਿਰ ਪੰਥ ਵੱਲੋਂ ਇੱਕ ਪਾਠ ਹੋਰ ਪ੍ਰਮਾਣਿਤ ਕੀਤਾ ਗਿਆ, ਉਹ ਸੀ ਸ਼੍ਰੀ ਅਖੰਡ ਪਾਠ ਸਾਹਿਬ। ਲਗਾਤਾਰ ਦਿਨ ਰਾਤ 3 ਦਿਨ 48 ਘੰਟੇ ਚੱਲਦਾ। ਉਹ ਪੰਥ ਨੇ ਉਹਨਾਂ ਹਾਲਾਤਾਂ ਵਿੱਚ ਨਿਸ਼ਚਿਤ ਕੀਤਾ ਜਿਨ੍ਹਾਂ ਹਾਲਾਤਾਂ ਵਿੱਚ ਸਾਧ ਸੰਗਤ ਸਿੱਖਾਂ ਕੋਲ ਘਰ ਘਾਟ ਨਹੀਂ ਸੀ। 18ਵੀਂ ਸਦੀ ਦੇ ਅੰਦਰ ਉਹ ਸਿੱਖ ਜਿਹੜੇ ਪਤਾ ਨਹੀਂ ਸੀ ਅੱਜ 2 ਦਿਨ ਇੱਥੇ ਰਹਿਣਾ, ਕਿਤੇ ਹਮਲਾ ਨਾ ਹੋ ਜਾਏ। ਜਿੱਥੇ 2-4 ਦਿਨ ਦਾ ਪੜਾਅ ਕਰਨਾ, ਉਹਨਾਂ ਕਹਿਣਾ ਚਲੋ ਇੱਥੇ 3 ਦਿਨ ਰਹਿਣਾ, ਲਗਾਤਾਰ ਬਾਣੀ ਦਾ ਪਾਠ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਈਏ। ਉਸ ਵਕਤ ਪੰਥ ਵੱਲੋਂ ਇਹ ਪਾਠ ਪ੍ਰਮਾਣਿਤ ਕੀਤਾ ਗਿਆ। ਪਰ ਸਾਧ ਸੰਗਤ, ਹੁਣ ਸ਼ਾਇਦ ਪਿੰਡਾਂ ਵਿੱਚ ਤੁਸੀਂ ਆਵਾਜ਼ ਸੁਣਦੇ ਹੋ, ਪਿੰਡਾਂ ਵਿੱਚ ਅਖੰਡ ਪਾਠ ਸਾਹਿਬ ਦੀ ਆਵਾਜ਼ ਵੀ ਘਟ ਗਈ ਹੈ। ਕਿਉਂ? 3 ਦਿਨ ਦਾ ਵਕਤ ਵੀ ਸਿੱਖਾਂ ਕੋਲ ਨਹੀਂ ਰਿਹਾ। ਇੱਕ ਕੰਮ ਅਸੀਂ ਹੋਰ ਸ਼ੁਰੂ ਕਰ ਲਿਆ। 3 ਦਿਨ ਕਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੇ, ਕਿਹੜਾ ਘਰ ਵਿੱਚ ਸੁਚਮਤਾ ਰੱਖੇ, ਕਿਹੜਾ ਘਰ ਦੇ ਅੰਦਰ ਸੇਵਾ ਕਰੇ, ਜਾਗੇ। ਨਵਾਂ ਕੰਮ ਸ਼ੁਰੂ ਕਰ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਆਓ, 1.5 ਘੰਟੇ ਵਿੱਚ ਸੁਖਮਨੀ ਸਾਹਿਬ ਕਰਾ ਕੇ ਮਹਾਰਾਜ ਨੂੰ ਵਿਦਿਆ ਕਰ ਦਿਓ। ਕਿਉਂ? ਲੋਕ ਹੀ ਇਕੱਠੇ ਕਰਨੇ ਸਾਨੂੰ ਹੋ ਗਏ ਨੇ। ਇਹ ਸਾਡੀ ਬਦਕਿਸਮਤੀ ਹੈ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਦੇ ਦਰਸ਼ਨ ਕਰਨੇ, ਬਾਣੀ ਸੁਣਨੀ, ਇਹ ਅਸੀਂ ਦੂਰ ਹੋ ਰਹੇ ਸਾਧ ਸੰਗਤ। ਉਂਝ ਅਸੀਂ ਸਿੱਖ ਖਵਾਉਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ।
ਹੁਣ ਉਹ 1.5 ਘੰਟੇ ਦਾ ਪਾਠ ਨਿਸ਼ਚਿਤ ਕਰ ਲਿਆ, ਮਹਾਰਾਜ ਦੇ ਚਰਨ ਪਾਓ, ਲੋਕ ਇਕੱਠੇ ਹੋ ਗਏ, ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਭੋਗ ਪਵਾ ਕੇ ਛੇਤੀ ਭਾਈ ਸਾਹਿਬ ਛੱਡ ਆਓ। ਕਿਉਂ? ਹੁਣ ਉਹ ਵੀ ਕੰਮ ਕਰਨੇ ਨਾ ਜਿੱਤੋਂ ਗੁਰੂ ਨੇ ਵਰਜਿਆ। ਜਿਹੜੀਆਂ ਪੇਟੀਆਂ ਲਿਆ ਕੇ ਰੱਖੀਆਂ ਉਹ ਕੌਣ ਚਲਾਏਗਾ? ਜਿਹੜੇ ਸ਼ਾਮ ਨੂੰ ਡੀਜੇ ਕਹੇ ਹੋਏ ਆ ਉਹ ਕੌਣ ਵਜਾਏਗਾ? ਇਸ ਤਰ੍ਹਾਂ ਅਸੀਂ ਸਿੱਖ ਅਖਵਾਉਣੇ ਪਰ ਸਿੱਖ ਰਹੇ ਨਹੀਂ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜਾ ਭਾਵੋ ਕਰਕੇ ਸਿਮਰਦਾ ਉਹ ਗੁਰੂ ਦਾ ਸਿੱਖ ਹੈ। ਤਾਈਓ ਪਾਤਸ਼ਾਹ ਨੇ ਇੱਕ ਹੁਕਮ ਕੀਤਾ ਹੈ, ਉਹ ਤੁਸੀਂ ਕਈ ਵਾਰ ਕਥਾ ਸੁਣਦੇ ਰਹਿੰਦੇ ਹੋ। ਸੱਚੇ ਪਾਤਸ਼ਾਹ ਨੇ ਹੁਕਮ ਸੁਣਾਇਆ ਸਿੱਖਾਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹੁਕਮ ਹੈ, ਕਹਿੰਦੇ ਜੋ ਸਿੱਖ ਗੁਰਬਾਣੀ ਭੈ ਕਰੈ, ਜਿਹੜਾ ਗੁਰੂ ਦੀ ਬਾਣੀ ਦਾ ਭੈ ਰੱਖੇ ਮਨ 'ਚ, ਜਿਹੜਾ ਗੁਰੂ ਦੀ ਬਾਣੀ ਦਾ ਡਰ ਰੱਖੇ ਮਨ ਵਿੱਚ, ਜੋ ਸਿੱਖ ਗੁਰਬਾਣੀ ਭੈ ਕਰੈ, ਵਿਨ ਪ੍ਰਯਾਸ ਬਬ ਸਾਗਰ ਤਰੈ। ਕਹਿੰਦੇ ਉਹਨੂੰ ਬਹੁਤੇ ਯਤਨਾਂ ਦੀ ਲੋੜ ਨਹੀਂ ਹੈ, ਉਹਨੂੰ ਬਹੁਤੇ ਪਾਠ ਕਰਨ ਕਰਾਉਣ ਦੀ ਜ਼ਰੂਰਤ ਨਹੀਂ ਪਏਗੀ। ਭਾਈ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਯਾਦ ਰੱਖਿਓ ਜੇ ਭੈ ਰੱਖੋਗੇ ਤਾਂ ਥੋੜੀ ਬਾਣੀ ਪੜ੍ਹ ਕੇ ਪਾਰ ਲੰਘ ਜਾਓਗੇ। ਜੇ ਡਰ ਰੱਖੋਗੇ ਬਹੁਤੇ ਯਤਨ ਦੀ ਲੋੜ ਨਹੀਂ, ਗੁਰੂ ਨੇ ਆਪੇ ਪਾਰ ਲੰਘਾ ਦੇਣਾ। ਜੋ ਸਿੱਖ ਗੁਰਬਾਣੀ ਭੈ ਕਰੈ, ਵਿਨ ਪ੍ਰਯਾਸ ਭਵ ਸਾਗਰ ਤਰੈ। ਮਹਾਰਾਜ ਜਿਹੜਾ ਡਰ ਨਾ ਰੱਖੇ, ਪਿਆਰ ਨਾ ਕਰੇ ਗੁਰੂ ਨੂੰ, ਜਿਹਦੇ ਮਨ ਅੰਦਰ ਗੁਰੂ ਦਾ ਭੈ ਤੇ ਪਿਆਰ ਨਾ ਹੋਵੇ, ਫਿਰ ਸਾਹਿਬ ਨੇ ਹੁਕਮ ਅਗਲਾ ਕਿਹਾ, ਕਹਿੰਦੇ ਜੋ ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹਨੇ ਗੁਰੂ ਦੀ ਬਾਣੀ ਦਾ ਭੈ ਤੇ ਅਦਬ ਨਾ ਮਨ ਚ ਰੱਖਿਆ, ਕਹਿੰਦੇ ਭਾਈ ਉਹ ਅਖਵਾਈ ਜਾਵੇ ਸਿੱਖ, ਪਰ ਉਹ ਸਾਡੀ ਨਜ਼ਰ ਚ ਸਿੱਖ ਨਹੀਂ ਹੈ, ਕਿਉਂਕਿ ਉਹਨੇ ਮਨ ਦੇ ਅੰਦਰ ਭੈ ਅਦਬ ਨਹੀਂ ਰੱਖਿਆ ਮਹਾਰਾਜ ਦੀ ਬਾਣੀ। ਦੋ ਚੀਜ਼ਾਂ ਇਕੱਠੀਆਂ ਜਨਮ ਲੈਂਦੀਆਂ ਨੇ, ਜਿੱਥੇ ਭੈ ਹੈ ਸਾਧ ਸੰਗਤ ਉੱਥੇ ਪਿਆਰ ਵੀ ਰਹਿੰਦਾ ਹੈ। ਦੋ ਤਰ੍ਹਾਂ ਦਾ ਭੈ ਆ ਦੁਨੀਆ ਦੇ ਅੰਦਰ, ਇੱਕ ਡਰ ਉਹ ਹੈ ਜਿਹੜਾ ਬਹਿਰ ਪੈਦਾ ਕਰਦਾ, ਇੱਕ ਡਰ ਉਹ ਹੈ ਜਿਹੜਾ ਪ੍ਰੇਮ ਪੈਦਾ ਕਰਦਾ। ਜਿਹੜਾ ਡਰ ਬਹਿਰ ਪੈਦਾ ਕਰਦਾ ਉਹ ਦੁਸ਼ਮਣ ਦੇ ਨਾਲ ਹੈ, ਦੁਸ਼ਮਣ ਦਾ ਡਰ ਰਹਿੰਦਾ ਪਰ ਉਹਦੇ ਨਾਲ ਵੈਰ ਹੈ। ਇੱਕ ਦੇਸ਼ ਦੂਜੇ ਦੇਸ਼ ਤੋਂ ਡਰਦਾ ਪਰ ਬੈਰ ਰੱਖਦਾ ਉਹਦੇ ਨਾਲ। ਇੱਕ ਭੈ ਸਾਧ ਸੰਗਤ ਕਿਸੇ ਟੀਚਰ ਦਾ ਸਟੂਡੈਂਟ ਨੂੰ, ਹੁਣ ਟੀਚਰ ਦਾ ਸਟੂਡੈਂਟ ਨਾਲ ਕੋਈ ਵੈਰ ਨਹੀਂ, ਤੇ ਯਾਦ ਰੱਖਿਓ ਜਿਹੜਾ ਉਹ ਟੀਚਰ ਦਾ ਸਟੂਡੈਂਟ ਦੇ ਮਨ ਅੰਦਰ ਭੈ ਹੈ, ਉਹ ਇੱਕ ਦਿਨ ਪ੍ਰੇਮ ਵਿੱਚ ਤਬਦੀਲ ਹੋ ਜਾਂਦਾ ਹੈ। ਪਹਿਲਾਂ ਸ਼ਾਇਦ ਪੜ੍ਹਾਈ ਕਰਦਿਆਂ ਉਹ ਸਟੂਡੈਂਟ ਨੂੰ ਮਨ ਅੰਦਰ ਪ੍ਰੇਮ ਨਾ ਹੋਵੇ, ਜਿੱਦਣ ਉਹ 10 ਕਲਾਸਾਂ ਕਰਕੇ ਸਕੂਲ ਚੋਂ ਨਿਕਲ ਜਾਂਦਾ ਹੈ, ਉਹਨੂੰ ਟੀਚਰ ਦੀ ਅਹਿਮੀਅਤ ਪਤਾ ਲੱਗਦੀ ਹੈ। ਪਰਤ ਕੇ ਸਾਧ ਸੰਗਤ ਤੋਂ ਵੱਡਾ ਆਫੀਸਰ ਵੀ ਬਣ ਜਾਏ, ਬਾਜ਼ਾਰ ਵਿੱਚ ਟੀਚਰ ਮਿਲ ਜਾਏ, ਉਹਦੇ ਪੈਰੀਂ ਹੱਥ ਲਾਉਂਦਾ ਹੈ, ਕਿਉਂਕਿ ਉਹ ਭੈ ਨੇ ਉਹਨੂੰ ਕੁਝ ਦਿੱਤਾ ਹੈ, ਉਸ ਡਰ ਨੇ ਉਹਨੂੰ ਕੁਝ ਦੇ ਦਿੱਤਾ ਹੈ, ਉਸ ਡਰ ਨੇ ਉਹਨੂੰ ਕਿਸੇ ਮੁਕਾਮ ਤੇ ਪਹੁੰਚਾ ਦਿੱਤਾ ਹੈ। ਇਸ ਲਈ ਉਹ ਭੈ ਜਿਹੜਾ ਹੈ ਉਹ ਪ੍ਰੇਮ ਪੈਦਾ ਕਰਦਾ ਹੈ। ਮਾਂ ਪਿਓ ਦਾ ਮਨ ਦੇ ਅੰਦਰ ਬੱਚਿਆਂ ਨੂੰ ਡਰ ਹੈ, ਡਰ ਹੋਣਾ ਚਾਹੀਦਾ ਹੈ। ਇਸ ਪ੍ਰੇਮ ਨੂੰ, ਇਸ ਭੈ ਨੂੰ ਗੁਰੂ ਨੇ ਬਾਣੀ ਅੰਦਰ ਕਿਹਾ, ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਭਉ ਦਾ ਅਰਥ ਡਰ, ਪਰ ਨਾਲ ਕਿਹਾ ਨਿਰਮਲ, ਕਹਿੰਦੇ ਮੈਲ ਵਾਲਾ ਨਹੀਂ ਹੈ। ਇਹ ਡਰ ਜਿਹੜਾ ਬਹਿਰ ਨਹੀਂ ਪੈਦਾ ਕਰਦਾ, ਇਹ ਡਰ ਮਨ ਅੰਦਰ ਹੋਣਾ ਚਾਹੀਦਾ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਪਿਓ ਦਾ ਮਨ ਅੰਦਰ ਬੱਚੇ ਦੇ ਭੈ ਡਰ ਹੋਣਾ ਚਾਹੀਦਾ ਹੈ। ਜਿਹੜਾ ਬੱਚਾ ਆਪਣੇ ਪਿਓ ਤੋਂ ਡਰਦਾ, ਸਾਧ ਸੰਗਤ ਤੋਂ ਪ੍ਰੇਮ ਵੀ ਰੱਖਦਾ, ਉਹ ਪਿਓ ਦੇ ਥੱਪੜ ਖਾ ਲੈਂਦਾ, ਪਿਓ ਦਾ ਡਰ ਰੱਖਦਾ, ਪਰ ਜਿੱਦਣ ਕਿਤੇ ਪਿਓ ਦੀ ਸ਼ਾਨ ਉੱਤੇ ਆਵਣੇ ਨਾ, ਉਦਣ ਆਪਣੇ ਪਿਓ ਦੀ ਖਾਤਰ ਲੋਕਾਂ ਨਾਲ ਲੜ ਵੀ ਪੈਂਦਾ। ਤੇ ਜਿਹਦੇ ਮਨ ਅੰਦਰ ਆਪਣੇ ਪਿਓ ਦਾ ਡਰ ਨਾ ਹੋਵੇ, ਉਹਨੇ ਕਿਸੇ ਕੋਲੋਂ ਆਪਣੇ ਪਿਓ ਦੀ ਸ਼ਾਨ ਇੱਜ਼ਤ ਤਾਂ ਕੀ ਬਚਾਉਣੀ ਹੈ। ਮਨ ਦਾ ਡਰ ਨਹੀਂ, ਇੱਕ ਦਿਨ ਉਹ ਆਪਣੇ ਪਿਓ ਦੀ ਪੱਗ ਨੂੰ ਆਪ ਹੀ ਪੈ ਜਾਂਦਾ, ਕਿਉਂਕਿ ਉਹਨੂੰ ਡਰ ਹੀ ਨਹੀਂ ਮਨ ਅੰਦਰ। ਇਸ ਲਈ ਇਹ ਡਰ ਜਿਹੜਾ ਹੈ ਉਹ ਸਾਧ ਸੰਗਤ ਪ੍ਰੇਮ ਪੈਦਾ ਕਰਦਾ ਹੈ। ਪਤੀ ਤੇ ਪਤਨੀ ਦੇ ਅੰਦਰ ਨਿਰਮਲ ਭਉ ਹੋਣਾ ਚਾਹੀਦਾ ਹੈ। ਹਰ ਪਤੀ ਆਪਣੀ ਪਤਨੀ ਤੋਂ ਭਉ ਰੱਖੇ, ਡਰ ਰੱਖੇ, ਉਹਨੂੰ ਨਿਰਮਲ ਭਉ ਕਹਿੰਦੇ ਨੇ। ਕਿਉਂ? ਉਹਨੇ ਆਪਣੀ ਜ਼ਿੰਦਗੀ, ਆਪਣੇ ਕੀਤੀ ਕਮਾਈ ਔਰ ਸਮੇਂ ਦਾ ਹਿਸਾਬ ਆਪਣੇ ਘਰ ਦੇਣਾ। ਜਿਨ੍ਹਾਂ ਬੰਦਿਆਂ ਨੂੰ ਘਰ ਅੰਦਰ ਪਤਨੀ ਦਾ ਡਰ ਨਹੀਂ, ਸਾਧ ਸੰਗਤ, ਉਹ ਬੰਦੇ ਆਪਣਾ ਘਰ ਵਿਗਾੜ ਕੇ ਬਹਿ ਜਾਂਦੇ। ਜਿਸ ਪਤਨੀ ਨੂੰ ਪਤੀ ਦਾ ਡਰ ਨਹੀਂ,
ਉਹ ਆਪਣਾ ਘਰ ਕਦੇ ਵਸਾ ਨਹੀਂ ਸਕੇਗੀ। ਇਸ ਲਈ ਇਹ ਦੁਨਿਆਵੀ ਰਿਸ਼ਤਾ ਹੈ, ਦੋਵਾਂ ਦੇ ਅੰਦਰ ਭੈ ਹੋਣਾ ਜ਼ਰੂਰੀ ਹੈ। ਜਿਹਦੇ ਅੰਦਰ ਭੈ ਹੈ ਉੱਥੇ ਪਿਆਰ ਵੀ ਬਣਦਾ ਹੈ। ਇਹੀਓ ਗੱਲ ਸਾਹਿਬ ਨੇ ਗੁਰੂ ਤੇ ਸਿੱਖ ਦੇ ਵਿਚਕਾਰ ਕਹੀ, ਸਿੱਖਾ ਗੁਰੂ ਦਾ ਭੈ ਰੱਖੀ ਮਨ ਵਿੱਚ, ਤੇਰਾ ਪ੍ਰੇਮ ਪੈਦਾ ਹੋਏਗਾ। ਜੇ ਭੈ ਨਹੀਂ ਤਾਂ ਗੁਰੂ ਨਾਲ ਪ੍ਰੇਮ ਵੀ ਪੈਦਾ ਨਹੀਂ ਹੋਣਾ, ਕਿਉਂਕਿ ਭੈ ਤੋਂ ਬਗੈਰ ਪਿਆਰ ਪੈਦਾ ਹੀ ਨਹੀਂ ਹੁੰਦਾ। ਭੈ ਬਿਨ ਭਗਤ ਨਾ ਹੋਵਈ, ਹਰ ਨਾਮ ਨਾ ਲੱਗੇ ਪਿਆਰ। ਬਿਨਾ ਭੈ ਤੋਂ ਭਗਤੀ ਨਹੀਂ ਹੁੰਦੀ ਔਰ ਪਿਆਰ ਨਹੀਂ ਪੈਦਾ ਹੁੰਦਾ। ਸੋ ਜਿਹੜੇ ਸਿੱਖ ਨੇ ਭੈ ਨਾ ਰੱਖਿਆ, ਉਹਨੂੰ ਪਾਤਸ਼ਾਹ ਨੇ ਕਿਹਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਇਸ ਲਈ ਮਨ ਦੇ ਅੰਦਰ ਭੈ ਰੱਖੀਏ, ਡਰ ਰੱਖੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ 7 ਦਿਨ 8 ਦਿਨ ਸਹਿਜ ਪਾਠ ਕਰਾਇਆ ਕਰੋ। ਉਸ ਤੋਂ ਬਾਅਦ ਸਾਧ ਸੰਗਤ ਜੇ ਕਿਤੇ ਬਹੁਤ ਜ਼ਰੂਰੀ ਪੈ ਜਾਏ ਫਿਰ ਅਖੰਡ ਪਾਠ ਸਾਹਿਬ ਕਰਾਓ। ਆ ਜਿਹੜਾ 1.5 ਘੰਟੇ ਵਾਲਾ ਕੰਮ ਸ਼ੁਰੂ ਕੀਤਾ ਨਾ, ਇਹ ਮੈਂ ਦਰਬਾਰ ਸਾਹਿਬ ਤੋਂ ਵੀ ਬੇਨਤੀ ਕਹੀ ਨਾ, ਇਹ ਕੰਮ ਬੰਦ ਹੋਣਾ ਚਾਹੀਦਾ ਕਿ ਮਹਾਰਾਜ ਦਾ ਸਰੂਪ ਲਿਆਂਦਾ ਸੁਖਮਨੀ ਸਾਹਿਬ ਕਰਾਓ। ਗੁਰੂ ਘਰ ਦੇ ਵਜ਼ੀਰ ਗ੍ਰੰਥੀ ਵੀ ਨਹੀਂ ਰੋਕਦੇ, ਉਹਨਾਂ ਕੀ ਰੋਕਣਾ? ਉਹ ਕਹਿੰਦੇ ਠੀਕ ਹੈ, ਸਾਡਾ 2 ਘੰਟਿਆਂ 'ਚ ਕੰਮ ਹੋ ਗਿਆ। ਸਾਧ ਸੰਗਤ ਤੇ ਵਿਚਾਰ ਕਰਨ ਦੀ ਲੋੜ ਹੈ। ਇਸ ਗੱਲ ਦਾ ਗੁੱਸਾ ਨਾ ਕਰਿਓ। 3 ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਘਰ ਰਹਿਣਗੇ। 3 ਦਿਨ ਮਨ ਅੰਦਰ ਉੱਠਦਿਆਂ ਬਹਿੰਦਿਆਂ ਭੈ ਰਹੇਗਾ, ਦਰਸ਼ਨ ਕਰੋਗੇ, ਬੱਚੇ ਬੈਠਣਗੇ, ਬਾਣੀ ਕੰਨਾਂ ਵਿੱਚ ਪਏਗੀ। 3 ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਰਹਿਣਗੇ, ਕੁਝ ਨਾ ਕੁਝ ਸਾਨੂੰ ਪ੍ਰਾਪਤ ਹੋਏਗਾ। ਇਹ ਭੈ ਹੈ ਮਨ ਅੰਦਰ ਔਰ ਪ੍ਰੇਮ ਬਣਦਾ। ਮੈਂ ਤੇ ਕਈ ਵਾਰ ਇਹ ਲਾਈਵ ਕਥਾ ਵਿੱਚ ਕਿਹਾ, ਜਿਹਦੇ ਨਾਲ ਪਿਆਰ ਨਾ ਹੋਵੇ ਉਹਨੂੰ ਬਹੁਤੀ ਦੇਰ ਘਰ ਨਹੀਂ ਰੱਖੀਦਾ, ਛੇਤੀ ਤੋਰੀ ਦੇ। ਜਿਹਦੇ ਨਾਲ ਪਿਆਰ ਹੋਵੇ ਉਹਨੂੰ ਆਪਾਂ ਪਹਿਲਾਂ ਚਾਹ ਪਿਲਾਉਂਦੇ ਰਿਸ਼ਤੇਦਾਰ ਨੂੰ, ਫਿਰ ਉਹਨੂੰ ਪ੍ਰਸ਼ਾਦਾ ਛਕਾਈਦਾ। ਛਕਾਉਣ ਤੋਂ ਬਾਅਦ ਫਿਰ ਕਹੀਦਾ ਨਹੀਂ ਹੁਣ ਕਿੰਨੀ ਦੇਰ ਹੋ ਗਈ, ਚਾਹ ਦਾ ਕੱਪ ਹੁਣ ਪੀ ਕੇ ਜਾਈਏ। ਪ੍ਰਸ਼ਾਦਾ ਪਚ ਜਾਂਦਾ। ਹਾਲਾਂਕਿ ਪ੍ਰਸ਼ਾਦੇ ਤੋਂ ਬਾਅਦ ਚਾਹ ਦੀ ਜ਼ਰੂਰਤ ਨਹੀਂ, ਪਰ ਉਹਨੂੰ ਫਿਰ ਵੀ ਪੁੱਛੀਦਾ, ਕੰਪੈਲ ਕਰੀਦਾ, ਬਿਠਾਈਦਾ। ਪਤਾ ਕਿਉਂ? ਇਹ ਹੋਰ ਥੋੜੀ ਦੇਰ ਸਾਡੇ ਘਰ ਹੈ। ਉਹਨੂੰ ਹੋਰ ਕਹੀਦਾ ਕਿ ਅੱਜ ਰਾਤ ਰੁਕ ਜਾਓ, ਕੀ ਕਰਨਾ ਘਰ ਜਾ ਕੇ। ਇਹਦਾ ਮਤਲਬ ਪਿਆਰ ਹੈ ਉਹਦੇ ਨਾਲ। ਤੇ ਜਿਹਨੂੰ ਛੇਤੀ ਘਰੋਂ ਤੋਰਨਾ ਹੋਵੇ ਉਹਨੂੰ ਬਿਠਾਉਂਦਿਆਂ ਸਾਰ ਆਵਾਜ਼ ਦੇਈਦੀ ਹੈ, ਚਾਹ ਲਿਆਓ, ਕਿਉਂ ਇਹਨੂੰ ਪਿਲਾ ਕੇ ਤੋਰੀਏ। ਏਦਾਂ ਸਾਧ ਸੰਗਤ ਅਸੀਂ ਗੁਰੂ ਨਾਲ ਕਰਨ ਲੱਗ ਪਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਆਈਦਾ, 1.5 ਘੰਟਾ ਪਾਠ ਕਰਾਓ, ਛੇਤੀ ਤੋਰ ਦਿਓ। ਨਹੀਂ ਸਾਧ ਸੰਗਤ, ਇੱਥੋਂ ਸਿੱਧ ਹੁੰਦਾ ਸਿੱਖਾ ਤੇਰਾ ਪਿਆਰ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਦਬ ਨਾਲ ਲੈ ਕੇ ਆ, 3 ਦਿਨ ਸੇਵਾ ਕਰੋ, ਅਦਬ ਨਾਲ ਗੁਰੂ ਨੂੰ ਛੱਡ ਕੇ ਆ। ਇਹ ਤੇਰੇ ਅੰਦਰ ਭਾਵ ਪ੍ਰੇਮ ਹੋਵੇ, ਇਸ ਪ੍ਰੇਮ ਨੇ ਤੈਨੂੰ ਧਾਰ ਦੇਣਾ। ਜੇ ਇਹ ਭੈ ਤੇ ਪ੍ਰੇਮ ਹੈ ਫਿਰ ਬਹੁਤੇ ਯਤਨਾਂ ਦੀ ਲੋੜ ਨਹੀਂ, ਸਿੱਖ ਨੂੰ ਗੁਰੂ ਆਪੇ ਪਾਰ ਲੰਘਾ ਦਿੰਦਾ। ਜੋ ਸਿੱਖ ਗੁਰਬਾਣੀ ਪਹਿ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਉਹ ਜਿਹੜੀ ਅੰਗਰੇਜ਼ ਔਰਤ ਮਿਸ ਐਸ ਪਰਲਵਕ, ਉਹ ਕਹਿੰਦੀ 7 ਸਾਲ ਲੱਗੇ ਮੈਨੂੰ ਬਾਣੀ ਪੜ੍ਹਨ ਨੂੰ। 7 ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਟ੍ਰਾਂਸਲੇਟ ਪੜ੍ਹੀ ਔਰ 7 ਸਾਲਾਂ ਬਾਅਦ ਉਹਨੇ ਜਿਹੜੀ ਸਟੇਟਮੈਂਟ ਦਿੱਤੀ ਉਹ ਬੜੀ ਬਾਕਮਾਲ ਸ਼ਬਦ ਸਨ ਉਹਦੇ। ਉਹਨੇ ਕਿਹਾ, ਦੁਨੀਆ ਦੇ ਲੋਕੋ, ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਪੜ੍ਹਨ ਤੋਂ ਬਾਅਦ ਇੱਕ ਗੱਲ ਮੈਂ ਮਹਿਸੂਸ ਕੀਤੀ ਹੈ, ਮੈਂ ਖੁਦ ਕ੍ਰਿਸਚਨ ਕਿਉਂਕਿ ਮੇਰੇ ਪੇਰੈਂਟਸ ਕ੍ਰਿਸਚਨ ਸੀ। ਉਹ ਅੰਗਰੇਜ਼ ਔਰਤ ਹੈ। ਉਹ ਕਹਿੰਦੀ ਧਰਮਾਂ ਮਜ਼ਹਬਾਂ ਦੇ ਤੌਰ ਤੇ ਮੈਂ ਕ੍ਰਿਸਚਨ ਕਿਉਂਕਿ ਮੇਰੇ ਪੇਰੈਂਟਸ ਕ੍ਰਿਸਚਨ ਸੀ, ਪਰ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਤੋਂ ਬਾਅਦ ਮੈਨੂੰ ਇਹ ਗੱਲ ਮਹਿਸੂਸ ਹੋਈ ਹੈ, ਜਿਸ ਦਿਨ ਦੁਨੀਆ ਦੇ ਲੋਕ ਆਪਣੇ ਦਿਲਾਂ ਵਿੱਚੋਂ ਗ੍ਰੰਥਾਂ ਤੇ ਧਰਮਾਂ ਦੀ ਈਰਖਾ ਕੱਢ ਦੇਣਗੇ, ਉਦਣ ਸੱਚੇ ਦਿਲ ਨਾਲ ਇਨਸਾਫ ਕਰਨ, ਹਰ ਬੰਦੇ ਦੇ ਮਨ ਅੰਦਰ ਇੱਕੋ ਹੀ ਵਿਚਾਰ ਆਏਗੀ ਔਰ ਸਾਰੀ ਦੁਨੀਆ ਦਾ ਇੱਕੋ ਹੀ ਗੁਰੂ ਹੋਏਗਾ। ਉਹ ਗੁਰੂ ਹੋਏਗਾ ਧੰਨ ਗੁਰੂ ਗ੍ਰੰਥ ਸਾਹਿਬ। ਜਿਸ ਦਿਨ ਮਨ ਵਿੱਚੋਂ ਗ੍ਰੰਥਾਂ ਦੀ ਈਰਖਾ ਕੱਢ ਦੇਣਗੇ, ਸਾਡਾ ਗ੍ਰੰਥ ਵੱਡਾ ਹੈ, ਸਾਡਾ ਧਰਮ ਵੱਡਾ ਹੈ। ਉਹ ਕਹਿੰਦੀ ਇਮਾਨਦਾਰੀ ਨਾਲ ਦਿਲ ਸਾਫ਼ ਕਰਕੇ ਲੋਕ ਇਨਸਾਫ ਕਰਨ। ਜਿੱਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਅਹਿਮੀਅਤ ਲੋਕਾਂ ਨੂੰ ਸਮਝ ਆਏਗੀ, ਉਦਣ ਪੂਰੀ ਦੁਨੀਆ ਦਾ ਇੱਕੋ ਹੀ ਗੁਰੂ ਹੋਏਗਾ, ਗੁਰੂ ਗ੍ਰੰਥ ਸਾਹਿਬ। ਤੇ ਜਿੱਦਣ ਦੁਨੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਲੱਗ ਪਈ, ਉਹਨੇ ਕਿਹਾ ਉਸ ਦਿਨ ਕਿਸੇ ਦੇਸ਼ ਨੂੰ ਕੰਡਿਆਲੀਆਂ ਤਾਰਾਂ ਲਾਉਣ ਦੀ ਲੋੜ ਨਹੀਂ, ਕਿਸੇ ਦੇਸ਼ ਨੂੰ ਫੌਜਾਂ ਰੱਖਣ ਦੀ ਲੋੜ ਨਹੀਂ। ਇਹ ਗੱਲ ਸਮਝ ਪੈ ਜਾਏਗੀ ਕਿ ਭਾਈ ਆ ਸਾਰਾ ਸੰਸਾਰ, ਇਹ ਸੰਸਾਰ ਇੱਕ ਚਲਾਏਮਨ ਚੀਜ਼ ਹੈ, ਇਹ ਕਬਜ਼ਾ ਕਰਨ ਦੀ ਚੀਜ਼ ਨਹੀਂ। ਜਿੱਦਣ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸਮਝ ਆਏਗੀ,
उदन आ चीज समझ आ जाएगी, बंदे खोज दिल हर रोज, ना फिर परेशानी माहे। कोई किसी दी जमीन ते कब्जा नहीं करेगा, कोई किसी देश की सर जमीन उत्ते हमला नहीं करेगा। क्यों? गल समझ आ जाएगी कि ये जो दुनिया शहर मेला दस्तगीरी ना है। बंदे खोज दिल हर रोज, ना फिर परेशानी माहे। क्यों मिटेगी परेशानी? आह गल याद आ जाएगी कि ये जो दुनिया शहर मेला दस्तगीरी ना है। भाई ये पक्का ठिकाना नहीं, ये मेले ते शहर दी न्याई है। बाजार 5-7 घंटिया वास्ते खुलदा है, बाजारां विच कोई मंजे डाके नहीं पैंदा। मेला लोग वेखण जांदे ने, मेले च कब्जे करके प्लाट नहीं बनाउंदे। ये संसार एक मेले दी न्याई है, इत्थे कोई किसी दी सरजमीन ते कब्जा नहीं करेगा। जिद्दन गुरु ग्रंथ साहिब महाराज नूं गुरु मनण लग पैणगे। खैर, श्री गुरु ग्रंथ साहिब महाराज की बाणी समस्त संसार दे कम आने वाली है। हुण गुरु ग्रंथ साहिब महाराज गुरु ने, क्योंकि बाणी गुरु गुरु है बाणी, विच बाणी अमृत सारे। गुरबाणी कहे सेवक जन मन, परतख गुरु निस्तारे। साध संगत असी बाणी नूं गुरु मन ही नहीं सके। जिदन लोग बाणी नूं गुरु मनन लग पए, उदन सब झगड़े संसार विचों मिट जाणगे। कई बंदियां ने साध संगत बाणी दे नाम उत्ते वखरेवें शुरू कर दिते। नहीं जी, असी अपनी गुरुआं दी बाणी कढ लांगे, ये गुरु नहीं कहिंदे जी। किन्ना पंथ विच रौला पै रिहा। बाणियां दे नाम ते झगड़े, ग्रंथां दे नाम ते झगड़े, रंग दे नाम ते झगड़े, निशान साहिब दे नाम ते झगड़े। नहीं जी, इदां दा होना चाहिए। सतगुरु गुरु ग्रंथ साहिब महाराज किरपा करन, जिस गुरु दे चरनां विच बैठे हो, गुरु 4 काम करदा है। कल आपां एक वचन साझा कीता सी, सिक्खा 4 काम तू कर, अगों गुरु भी 4 काम करेगा। किहड़े? पहला सिख ने 4 कर्म करने ने। पढ़ो अंतर गुर आराधना, पहला कर्म है अंतर गुर आराधना। आखो अंतर गुर। दूजा कर्म जिहवा जप गुर नाओ, जिहवा जप गुर। ते तीजा काम नेत्री सतगुर पिखना। चौथा कर्म श्रवणी सुनना गुर नाओ। ये 4 कर्म ईमानदारी नाल करी। नेत्री सतगुर पिखना दा अर्थ सीधा गुरु दा अखां नाल दर्शन कर। साध संगत जरूरी नहीं वे रुमाला चक के इस तरह दर्शन करने, उत्ते हुण मनाही कीती है। क्योंकि पहला यह भी मनमत बनाई जी, रुमाला चक के दर्शन करा दिओ। गुरु ग्रंथ साहिब महाराज के सन्मुख खलो के एक पल वास्ते जदों मत्था टेक दिओ, उदों चंगी तरह नजर भर के गुरु ग्रंथ साहिब महाराज के दर्शन करने चाहिए ने। यह मत्था टेकण दा तरीका है। साध संगत मत्था टेकण लगे काली नहीं करनी चाहिए। आले दुआले लोकां वल ना वेखो, कौन मैनूं वेख रिहा है। उदों तू ते तेरे गुरु दे विचकार तीजा होर कोई आना ही नहीं चाहिए। ये तरीका होना चाहिए मत्था टेकण दा। फिर गुरु कोल बह के गुरु दी सुन, ये ना होवे उधर हुक्मनामा साहब हो रहा होवे, तू अपनियां गल्लां कर रहा हो। उधर गुरु ग्रंथ साहिब महाराज की बाणी का पाठ चल रहा है, उधर तेरा गुरु दरबार विच मोबाइल बज रहा है। तू गुरु नूं सुनना, भावें 5 मिनट बह के सुन, 10 मिनट बह के सुन। वो सुनिया होया शब्द तेरे कम आएगा। वो सुनिया होया बाणी दा शब्द तेरे मन ते तन उत्ते असर करेगा। कोई भी गल जे ना सुनिए उहदा असर ही नहीं हुंदा। असर उदों हुंदा है जदों मन सुन लैंदा है। कई बार साध संगत ध्यान किते होर होवे, टेबल टाक विच गल्लां करदे बंदा रुक के विचों कहंदा दुआरा दसी मेरा ध्यान नहीं सी। इहदा मतलब गल्लां तां हो रहीआं सी, कंन तां सी, आवाज पै रही सी, अंदर दी सुरत हाजिर नहीं सी जिहड़ी सुनन वाली।
ਇਸ ਲਈ ਜਦੋਂ ਵੀ ਆਓ ਇੰਨੀ ਕੰਸੋਟਰੇਟ 5 4 10 ਮਿੰਟ ਵਾਸਤੇ ਦਰਬਾਰ ਅੰਦਰ ਹੋਣੀ ਚਾਹੀਦੀ ਹੈ, ਜੋ ਉਹ ਪਾਠ ਹੋ ਰਿਹਾ ਉਹ ਤੇਰੇ ਕੰਨਾਂ ਵਿੱਚ ਆਵਾਜ਼ ਪਵੇ। ਜੋ ਵੀ ਉਸ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਹੋ ਰਿਹਾ ਹੈ, ਜਾਂ ਸਟੇਜ ਤੋਂ ਬਾਣੀ ਦਾ ਕੀਰਤਨ ਹੋ ਰਿਹਾ ਹੈ, ਜਾਂ ਕੋਈ ਕਥਾ ਵਿਚਾਰ ਸ਼ਬਦ ਹੋ ਰਿਹਾ ਹੈ, ਇੰਨੀ ਕੰਸੋਟਰੇਸ਼ਨ ਨਾਲ ਸੁਣ। ਉਹ ਸੁਣਨ ਦੇ ਨਾਲ ਤੂੰ ਗੁਰੂ ਨਾਲ ਰਤਿਆ ਜਾਏ। ਹੁਣ ਸੁਣਨ ਦੀ ਇੰਨੀ ਵੱਡੀ ਅਹਿਮੀਅਤ, ਔਖਾ ਜ਼ਰੂਰ ਹੈ। ਪਾਤਸ਼ਾਹ ਨੇ 4 ਪੌੜੀਆਂ ਜਪਜੀ ਸਾਹਿਬ ਵਿੱਚ ਸੁਣਨ ਦੀਆਂ ਕਹਿ ਦਿੱਤੀਆਂ। ਸਿੱਧਾ ਕਿਹਾ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ ਭਾਈ ਤੇਰੀ ਸੁਰਤੀ ਪੀਰਾਂ ਵਾਲੀ ਹੋ ਸਕਦੀ ਹੈ। ਪੜੋ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤ, ਸੁਣਿਆ ਪੋ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ। ਸੁਣਨ ਨਾਲ ਦੁੱਖ ਤੇ ਪਾਪ ਖਤਮ ਹੋ ਸਕਦੇ। ਇੱਕ ਬਚਨ ਤੁਸੀਂ ਹੋਰ ਪੜ੍ਹਦੇ ਹੋ, ਜਿੱਥੇ ਹਜ਼ੂਰ ਕਹਿੰਦੇ ਦੁਖ ਰੋਗ ਸੰਤਾਪ ਉਤਰੇ। ਪੜੋ, ਦੁਖ ਰੋਗ ਸੰਤਾਪ ਉਤਰੇ। ਕਾਹਦੇ ਨਾਲ? ਸੁਣੀ ਸੱਚੀ ਬਾਣੀ, ਕਿਉਂਕਿ ਸੁਣੇ ਦੁਖ ਪਾਪ ਕਾ ਨਾਸ। ਭਾਵੇਂ 5-4 ਮਿੰਟ ਵਾਸਤੇ ਆਏ, ਤੇਰੀ ਕੰਸੋਟਰੇਟ ਇੰਨੀ ਗਹਿਰੀ ਹੋਣੀ ਚਾਹੀਦੀ ਹੈ, ਉਹ ਸੁਣੀ ਹੋਈ ਚੀਜ਼ ਤੇਰੇ ਮਨ ਚ ਵਸ ਜਾਏ। ਸੁਣਿਆ ਹੋਇਆ ਸ਼ਬਦ ਤੈਨੂੰ ਯਾਦ ਰਵੇ। ਆ ਕਥਾ ਵਿੱਚ ਨਾਲ ਪਤਾ ਕਿਉਂ ਪੜ੍ਹਾਈਦਾ? ਕਿਤੇ ਨਾਲ ਪੜ੍ਹ ਕੇ ਰਿਪੀਟ ਕਰਕੇ ਸੁਣ ਕੇ ਯਾਦ ਆ ਜਾਏ, ਇਹ ਸੁਰਤ ਵਿੱਚ ਵਸ ਜਾਏ। ਸਾਧ ਸੰਗਤ ਆਪਾਂ ਮੱਥਾ ਟੇਕੀਦਾ, ਪੂਰਾ ਅਖੰਡ ਪਾਠ ਸਾਹਿਬ 3 ਦਿਨ ਚੱਲਦਾ, ਤੇ ਕਿਸੇ ਨੂੰ ਪੁੱਛੋ ਖਾਂ ਭੋਗ ਵੇਲੇ ਕਿਹੜਾ ਹੁਕਮਨਾਮਾ ਆਇਆ, ਉਹ ਭੁੱਲ ਜਾਂਦਾ, ਯਾਦ ਹੀ ਨਹੀਂ ਆਪਾਂ ਕੀ ਸੁਣੇ। ਹੁਕਮਨਾਮਾ ਸਾਹਿਬ ਹੀ ਨਹੀਂ ਯਾਦ, ਹਾਲਾਂਕਿ ਉਹ 3 ਜਾਂ 4 5 ਮਿੰਟ ਦਾ। ਭਲਿਆ ਇੰਨੀ ਗਹਿਰੀ ਤੇਰੀ ਸੁਰਤ ਹੋਣੀ ਚਾਹੀਦੀ ਹੈ। ਇੱਕ ਬੀਬੀ ਦੀ ਹੁਣ ਫੋਟੋ ਇੰਟਰਨੈਟ ਉੱਤੇ ਬਾਰ-ਬਾਰ ਗੁਰਸਿੱਖ ਪਿਆਰੇ ਉਹਨੂੰ ਸ਼ੇਅਰ ਕਰਦੇ ਰਹਿੰਦੇ ਨੇ। ਉਹ ਬੀਬੀ ਨੇ ਸਾਧ ਸੰਗਤ 54 ਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਇੱਕ ਚੌਂਕੜੇ ਉੱਤੇ ਅਖੰਡ ਪਾਠ ਸਾਹਿਬ ਕੀਤਾ। ਕਿੰਨੀ ਗਹਿਰੀ ਸੁਰਤ ਹੋਏਗੀ। ਹੁਣ ਉਹ ਕਹਿੰਦੀ ਹੈ ਮੈਨੂੰ 900 ਅੰਗ ਤੋਂ ਵੱਧ ਬਾਣੀ ਮੂੰਹ ਜਵਾਨੀ ਕੰਠ ਹੋ ਗਈ ਹੈ, ਚੌਂਕੜਾ ਮਾਰ ਕੇ ਬਹਿ ਜਾਏਗੀ, ਅੰਗ ਏਦਾਂ ਹੀ ਮਹਾਰਾਜ ਦੀ ਬਾਣੀ ਦੀ ਪੜੀ ਜਾਊਗੀ। 900 ਅੰਗ ਯਾਦ ਹੈ। ਇੱਥੇ ਸਾਧ ਸੰਗਤ 9 ਪੰਕਤੀਆਂ ਯਾਦ ਨਹੀਂ ਹੁੰਦੀਆਂ ਹੁਕਮਨਾਮੇ ਦੀ। ਇਸ ਲਈ ਯਾਦ ਕਰਨ ਲਈ ਬਹੁਤ ਗਹਿਰੀ ਸੁਰਤ ਚਾਹੀਦੀ। ਤੁਸੀਂ ਸਭ ਸਕੂਲਾਂ ਵਿੱਚੋਂ ਪੜ੍ਹ ਕੇ ਆਏ ਹੋ, ਜਦੋਂ ਯਾਦ ਕਰਨਾ ਕਿੰਨੀ ਗਹਿਰੀ ਕੰਸੈਂਟਰੇਸ਼ਨ ਚਾਹੀਦੀ। ਸੋ ਧਰਮ ਇੱਕ ਵਿਸ਼ਾ। ਪਹਿਲਾਂ ਗੁਰੂ ਨੇ ਕਿਹਾ 4 ਕਰਮ ਕਰ ਰੋਜ਼। ਬੜੋ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਮਹਾਰਾਜ ਇਹਦੇ ਨਾਲ ਕੀ ਹੋਏਗਾ? ਕਹਿੰਦੇ 4 ਕਰਮ ਤੂੰ ਐਨ ਇਕਾਗਰਤਾ ਨਾਲ ਕਰੀ, ਤੇ ਜਾਂ ਫਿਰ ਸਤਿਗੁਰ ਸੇਤੀ ਰਤਿਆ, ਦਰਗਾਹ ਪਈਐ ਠਾਓ, ਕਉ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਐ, ਵਿਰਲੇ ਕਈ ਕੇ। ਗੁਰੂ ਦੇ ਦਰਸ਼ਨ ਕਰ, ਬਾਣੀ ਸੁਣ, ਅੰਤਰ ਅਰਾਧ, ਤੇ ਜੇਬਾਂ ਤੋਂ ਤੁਰਦਿਆਂ ਫਿਰਦਿਆਂ ਕਹਿ ਕਰ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੀ 4 ਕੰਮ ਸਿੱਖ ਦੇ। ਹੁਣ ਗੁਰੂ ਨੇ ਕੀ 4 ਕੰਮ ਕਰਨੇ? ਗੁਰੂ ਵੀ ਸਿੱਖ ਦੇ ਜੀਵਨ ਵਿੱਚ 4 ਕਰਮ ਕਰਦਾ। ਪਹਿਲਾ ਕੰਮ ਗੁਰੂ ਦਾ ਸਿੱਖ ਨੂੰ ਸਮਝਾਉਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਨੇ ਸਿੱਖਾ ਤੂੰ ਖਾਣਾ ਕੀ ਹੈ। ਗੁਰੂ ਗ੍ਰੰਥ ਸਾਹਿਬ ਸਮਝਾਉਣਗੇ ਤੂੰ ਪਹਿਨਣਾ ਕੀ ਹੈ। ਗੁਰੂ ਗ੍ਰੰਥ ਸਾਹਿਬ ਸਮਝਾਉਣਗੇ ਤੂੰ ਸੰਸਾਰ ਵਿੱਚ ਵੇਖਣਾ ਕੀ ਹੈ। ਗੁਰੂ ਗ੍ਰੰਥ ਸਾਹਿਬ ਸਮਝਾਉਣਗੇ ਤੂੰ ਦਿਨ ਵਿੱਚ ਕਰਨਾ ਕੀ ਹੈ। ਗੁਰੂ ਗ੍ਰੰਥ ਸਾਹਿਬ ਸਮਝਾਉਣਗੇ ਤੂੰ ਸੌਣਾ ਕਦੋਂ ਹੈ ਤੇ ਜਾਗਣਾ ਕਦੋਂ ਹੈ। ਸਭ ਕੁਝ ਸਮਝਾਉਂਦੇ ਨੇ।
ਜਿਹੜਾ ਗੁਰੂ ਨਾ ਸਮਝਾਵੇ ਉਹ ਖਤਰਨਾਕ ਹੈ। ਜਿਹੜਾ ਗੁਰੂ ਸਮਝਾ ਰਿਹਾ ਉਹ ਸਿੱਖ ਵਾਸਤੇ ਲਾਭਦਾਇਕ ਹੋ ਸਕਦਾ ਹੈ। ਦੁਨਿਆਵੀ ਤੌਰ ਤੇ ਕਿਸੇ ਨੂੰ ਕੋਈ ਕੰਮ ਸਿੱਖਣ ਵਾਸਤੇ ਗੁਰੂ ਬਣਾ ਲਓ, ਜੇ ਉਹ ਚੰਗੀ ਤਰ੍ਹਾਂ ਨਾ ਸਮਝਾਵੇ ਕੰਮ, ਇਹਦਾ ਮਤਲਬ ਖਤਰਨਾਕ ਹੈ, ਉਹ ਦਿਲੋਂ ਬੇਈਮਾਨ ਹੈ, ਉਹਦਾ ਚੇਲਾ, ਉਹਦਾ ਸ਼ਾਗਿਰਦ ਕਿਤੇ ਵੀ ਧੋਖਾ ਖਾ ਸਕਦਾ ਹੈ। ਕਿਸੇ ਡਾਕਟਰ ਕੋਲ ਕੰਮ ਸਿੱਖਣ ਲਾ ਦਿਓ ਕਿਸੇ ਨੂੰ, ਉਹ ਚੰਗੀ ਤਰ੍ਹਾਂ ਨਾ ਸਮਝਾਵੇ, ਉਹਦਾ ਕੱਚਾ ਕੰਪਾਊਂਡਰ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇਸ ਲਈ ਦੁਨਿਆਵੀ ਤੌਰ ਤੇ ਜੇ ਕੋਈ ਸ਼ਰੀਰ ਧਾਰੀ ਉਸਤਾਦ ਹੋਵੇ, ਸਾਧ ਸੰਗਤ ਉਹ ਪੂਰੀ ਤਰ੍ਹਾਂ ਨਾ ਸਮਝਾਵੇ, ਉਸ ਕੰਮ ਵਿੱਚ ਉਹਦਾ ਸ਼ਾਗਿਰਦ ਕੱਚਾ ਰਹਿ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਨੇ ਜਿਹੜੇ ਸਾਨੂੰ ਬਿਲਕੁਲ ਪਹਿਲਾਂ ਸਮਝਾਉਣਗੇ ਔਰ ਕਿਸੇ ਗੱਲ ਦਾ ਓਲਾ ਲੁਕੋ ਨਹੀਂ ਰੱਖਣਗੇ। ਐ ਨਹੀਂ ਕਹਿਣਗੇ ਆਹ ਗੱਲ ਇਹਨੂੰ ਨਹੀਂ ਸਮਝਾਉਣੀ, ਕੱਚ ਨਹੀਂ ਰੱਖਣੀ। ਹਰ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਉਂਦੇ ਨੇ। ਖਾਣਾ ਕੀ ਹੈ? ਸਿੱਧਾ ਕਹਿਣਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀ ਐ, ਮਨ ਮੈਂ ਚੱਲੇ ਵਿਕਾਰ। ਆਹ ਚੀਜ਼ਾਂ ਨਾ ਖਾਇਆ ਕਰ ਭਾਈ, ਇਹਦੇ ਨਾਲ ਤੇਰਾ ਤਨ ਵੀ ਰੋਗੀ ਹੋਣਾ, ਮਨ ਵੀ ਵਿਕਾਰੀ ਹੋਣਾ। ਅਸੀਂ ਗੁਰੂ ਦੀ ਸੁਣਦੇ ਨਹੀਂ। ਜਿੱਦਣ ਫਿਰ ਡਾਕਟਰ ਕਹਿੰਦਾ ਕਿ ਕੋਲੇਸਟ੍ਰੋਲ ਵੱਧ ਗਏ ਨੇ ਤੇਰੇ, ਹੁਣ ਤੈਨੂੰ ਅਟੈਕ ਹੋ ਸਕਦਾ ਹੈ, ਉਦਣ ਕਹਿੰਦਾ ਹਾਂ ਵੀ ਹੁਣ ਮੈਂ ਨੌਨ ਵੈਜ ਛੱਡ ਦਿੱਤਾ। ਕਿਉਂ? ਡਾਕਟਰ ਨੇ ਕਿਹਾ ਕੋਲੇਸਟ੍ਰੋਲ ਵੱਧ ਗਏ ਨੇ। ਜਿੱਦਣ ਡਾਕਟਰ ਕਹਿੰਦਾ ਸ਼ਰਾਬ ਪੀਣੀ ਹੁਣ ਬੰਦ ਕਰ, ਤੇਰੀ ਜਾਨ ਲੈ ਸਕਦੀ ਹੈ ਇਹ ਸ਼ਰਾਬ, ਇਹ ਤੇਰੀ ਮੌਤ ਦਾ ਕਾਰਨ ਬਣ ਜਾਏਗੀ, ਓਏ ਇਹਨੇ ਤੇਰਾ ਲੀਵਰ ਸਾੜ ਦਿੱਤਾ, ਉਦਣ ਫਿਰ ਛੱਡਦਾ। ਜਿੱਦਣ ਡਾਕਟਰ ਕਹਿੰਦੇ ਸ਼ੂਗਰ ਹੋ ਗਈ ਹੈ ਹੁਣ ਸ਼ਰਾਬ ਨਾ ਪੀਆ ਕਰ, ਇਹ ਤੇਰੀ ਮੌਤ ਦਾ ਕਾਰਨ ਬਣ ਜਾਏਗੀ, ਉਦਣ ਛੱਡਦਾ। ਪਰ ਇਹ ਗੱਲ ਤਾਂ ਪਹਿਲੇ ਗੁਰੂ ਨੇ ਸਮਝਾਈ ਸੀ ਕਿ ਜਿਤ ਪੀਤੈ ਮਤ ਦੂਰ ਹੋਏ, ਨਾ ਪੀਆ ਕਰ। ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਇਹ ਗੱਲ ਗੁਰੂ ਨੇ ਪਹਿਲਾਂ ਸਮਝਾਈ ਸੀ ਕਿ ਕਬੀਰ ਭੰਗ ਮਾਸ਼ਲੀ ਸੁਰਾਪਾਨ। ਲਓ ਹੁਣ ਸਿੱਧੇ ਹੀ ਅਰਥ ਕਰ ਲਿਓ। ਕਬੀਰ ਭੰਗ ਮਾਸ਼ਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ, ਤੇ ਸਬਰ ਸਾਦਲ ਜਾਹੇ। ਇੱਕ ਸੱਜਣ ਆਇਆ ਬਾਹਰੋਂ, ਉਹ ਇਟਲੀ ਰਹਿੰਦਾ, ਕਹਿੰਦਾ ਭਾਈ ਸਾਹਿਬ ਜੀ ਮੱਛੀ ਤਾਂ ਵੈਜੀਟੇਰੀਅਨ ਹੈ ਨਾ, ਉਹ ਤਾਂ ਨੌਨ ਵੈਜ ਆਉਂਦੀ ਨਹੀਂ। ਕਹਿੰਦਾ ਉਹਦਾ ਤਾਂ ਤੇਲ ਵੀ ਦਵਾਈਆਂ 'ਚ ਪੈਂਦਾ। ਮੈਂ ਉਹਨੂੰ ਕਿਹਾ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਫੈਮਿਲੀ ਇਟਲੀ ਰਹਿੰਦੀ। ਮੈਂ ਕਿਹਾ ਇਟਲੀ 'ਚ ਹੋ ਸਕਦਾ ਉੱਥੇ ਵੈਜੀਟੇਰੀਅਨ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਥੇ ਉਚਾਰਨ ਹੋਈ ਹੈ, ਮੇਰੇ ਗੁਰੂ ਦਾ ਹੁਕਮ ਹੈ ਭਾਈ ਇਹ ਖਾਣਾ ਮਨ੍ਹਾ ਹੈ, ਤੈਨੂੰ ਕੋਈ ਕਹਿੰਦਾ ਤੂੰ ਖਾਈ ਜਾ। ਲੋਕ ਜਾਣ ਬੁੱਝ ਕੇ ਸਾਡੀ ਮੋਹਰ ਲਵਾਉਣਾ ਚਾਹੁੰਦੇ। ਇਸ ਤਰੀਕੇ ਨਾਲ ਲੋਕ ਕਹਿੰਦੇ ਜੀ ਇਹਦੇ ਨਾਲ ਕੀ ਹੁੰਦਾ, ਤਾਂ ਦਵਾਈਆਂ 'ਚ ਵੀ ਪੈਂਦਾ ਹੈ। ਸ਼ਰਾਬ ਨਾਲ ਕੀ ਹੁੰਦਾ ਜੀ, ਇਹ ਤੇ ਦਵਾਈਆਂ 'ਚ ਵੀ ਪੈ ਜਾਂਦੀ ਹੈ। ਬੰਦਾ ਆਪਣੇ ਹਿਸਾਬ ਨਾਲ, ਪਰ ਜਦੋਂ ਗੁਰੂ ਦੇ ਹਿਸਾਬ ਨਾਲ ਚੱਲੋਗੇ, ਪਹਿਲਾਂ ਗੁਰੂ ਸਮਝਾਉਂਦਾ ਇਹ ਚੀਜ਼ਾਂ ਖਾਣੀਆਂ ਮਨ੍ਹਾ। ਗੁਰੂ ਕਹੇਗਾ ਭਾਈ ਖਾਣਾ ਕੀ ਹੈ, ਸੁਣ, ਪਹਿਨਣਾ ਕੀ ਹੈ। ਗੁਰੂ ਘਰ ਚੱਲਣਾ, ਤੇਰਾ ਪਹਿਨਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇਰੇ ਪਹਿਨਣ ਨਾਲ ਕਿਸੇ ਦੇ ਸੰਸਾਰੀ ਤੌਰ ਤੇ ਨਾ ਤੇਰੀ ਨਰਾਦਰੀ ਹੋਵੇ, ਨਾ ਕਿਸੇ ਦੀ ਸੁਰਤ ਖਰਾਬ ਹੋਵੇ। ਇਸ ਤਰ੍ਹਾਂ ਦਾ ਪਹਿਨ ਕੇ ਚੱਲ ਜਿਹੜਾ ਕਿਸੇ ਹੋਰ ਨੂੰ ਦੁੱਖ ਨਾ ਦੇਵੇ। ਸਾਧ ਸੰਗਤ ਵਿੱਚ ਆਉਣ ਦਾ ਤਰੀਕਾ ਹੋਣਾ ਚਾਹੀਦਾ। ਤੁਹਾਡਾ ਪਹਿਰਾਵਾ ਇਸ ਤਰ੍ਹਾਂ ਦਾ ਭੜਕੀਲਾ ਨਾ ਹੋਵੇ ਜਿਹਨੂੰ ਗੁਰੂ ਦੇ ਦਰ ਤੇ ਆਏ ਹੋ ਕੋਈ ਵੇਖਣ ਵਾਲਾ ਭੜਕ ਜਾਏ ਦੇਖ ਕੇ ਵੀ ਇਹ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਆ ਗਿਆ। ਇਹ ਤਾਂ ਸਾਧ ਸੰਗਤ ਜਿਹੜੀਆਂ ਸਿਆਣੀਆਂ ਮਾਈਆਂ ਨਾ, ਉਹ ਬਹੁਤ ਸਮਝਦਾਰੀ ਨਾਲ ਚੱਲਦੀਆਂ। ਗੁਰੂ ਦਰਬਾਰ ਵਿੱਚ ਚੱਲੇ ਆ, ਇਦਾਂ ਦਾ ਗਹਿਣਾ ਪਾ ਕੇ ਨਹੀਂ ਆਉਣਗੇ ਜਿਹਦੇ ਕਰਕੇ ਕੋਈ ਵੇਖ ਕੇ ਕਵੇ ਇਹਨੇ ਗਹਿਣੇ ਕਿਹੜੇ ਪਾਏ, ਜਿਹਦੇ ਨਾਲ ਦੂਜਿਆਂ ਦੀ ਸੁਰਤ ਭੰਗ ਹੋਵੇ। ਇਸ ਤਰ੍ਹਾਂ ਦਾ ਨਾ ਹੋਵੇ। ਇੱਥੋਂ ਤੱਕ ਸਾਧ ਸੰਗਤ ਉਹ ਪੈਰਾਂ ਵਿੱਚ ਕਈ ਮਾਈਆਂ ਆਵਾਜ਼ ਵਾਲਾ ਕੋਈ ਗਹਿਣਾ ਪਾਉਣੀਆਂ, ਉਹ ਵੀ ਗੁਰੂ ਦਰਬਾਰ ਵਿੱਚ ਆਉਣਗੀਆਂ, ਉਹ ਗਹਿਣਾ ਪਾ ਕੇ ਨਹੀਂ। ਕਿਉਂ ਭਾਈ? ਉੱਥੇ ਕੀਰਤਨ ਕਥਾ ਚੱਲਦੀ, ਕਿਸੇ ਦੀ ਸੁਰਤ ਭੰਗ ਹੋਏਗੀ। ਇਹ ਗੱਲ ਗੁਰੂ ਨੇ ਬਚਨ ਸਮਝਾਇਆ। ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿਤ ਬੈਧੈ ਤਨ ਪੀੜੀ ਐ, ਮਨ ਮੈਂ ਚੱਲੇ ਵਿਕਾਰ। ਸੋ ਗੁਰੂ ਗ੍ਰੰਥ ਸਾਹਿਬ, ਗੁਰੂ ਦਾ ਕੀ ਕੰਮ ਹੈ? ਗੁਰੂ ਦਾ ਪਹਿਲਾ ਕੰਮ ਸਮਝਾਉਣਾ। ਉਹ ਸਮਝਾਉਂਦਾ ਕਰਨਾ ਕੀ ਹੈ, ਖਾਣਾ ਕੀ ਹੈ।
ਗੁਰੂ ਸਮਝਾਉਂਦਾ ਭਾਈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਪੜੋ ਸੋ ਭਲਕੇ ਉਠ ਹਰ ਨਾਮ ਧਿਆਵੇ। ਗੁਰੂ ਸਮਝਾ ਰਿਹਾ, ਕਿਉਂਕਿ ਸਿੱਖ ਗੁਰੂ ਕੋਲ ਜਦੋਂ ਆਉਂਦਾ ਉਹ ਮੰਗਣ ਆਉਂਦਾ ਹੈ। ਜਪਜੀ ਸਾਹਿਬ ਪੜੋ, 2 ਪੌੜੀਆਂ ਨਾਲ ਆਪਾਂ ਗੁਰੂ ਨੂੰ ਕਹੀਦਾ, ਹੇ ਸਤਿਗੁਰੂ ਮੈਨੂੰ ਸਮਝਾਓ, ਮੈਨੂੰ ਅਕਲ ਦਿਓ। ਕਹਿੰਦੇ ਹੋ ਨਾ, ਗੁਰਾ ਇੱਕ ਦੇ ਬੁਝਾਈ ਪੜੋ, ਗੁਰਾ ਇੱਕ ਦੇ ਬੁਝਾਈ ਦਾ ਅਰਥ ਅਕਲ। ਮਹਾਰਾਜ ਮੈਨੂੰ ਅਕਲ ਦਿਓ, ਸਮਝਾਓ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਫਿਰ ਗੁਰੂ ਸਮਝਾਉਂਦਾ, ਭਾਈ ਤੂੰ ਕਰਨਾ ਕੀ ਹੈ। ਗੁਰੂ ਸਮਝਾਉਂਦਾ ਸੌਣਾ ਕਿਵੇਂ ਹੈ, ਗੁਰੂ ਸਮਝਾਉਂਦਾ ਜਾਗਣਾ ਕਿਵੇਂ ਹੈ। ਗੁਰੂ ਸਮਝਾਉਂਦਾ, ਕਈ ਬੰਦਿਆਂ ਦਾ ਸਵਾਲ ਹੁੰਦਾ ਜੀ ਸਵੇਰੇ ਜਾਗ ਨਹੀਂ ਆਉਂਦੀ, ਤਾਂ ਗੁਰਮੁਖਾਂ ਦਾ ਕੋਈ ਜਵਾਬ ਹੁੰਦਾ, ਪਹਿਲਾਂ ਆਪਣਾ ਸੌਣਾ ਸਹੀ ਕਰੋ, ਅੰਮ੍ਰਿਤ ਵੇਲੇ ਆਪਣੇ ਆਪ ਉੱਠਣ ਲੱਗ ਜਾਓਗੇ। ਇਸ ਲਈ ਸਾਧ ਸੰਗਤ ਜਿਵੇਂ ਡਾਕਟਰ ਦਾ ਜਵਾਬ ਹੁੰਦਾ, ਪਹਿਲਾਂ ਖਾਣਾ ਸਹੀ ਕਰੋ, ਤੰਦਰੁਸਤੀ ਆਪੇ ਹੀ ਸਹੀ ਹੋ ਜਾਏਗੀ। ਤਾਂ ਗੁਰੂ ਸਮਝਾਉਂਦਾ, ਪਹਿਲਾ ਕੰਮ ਗੁਰੂ ਦਾ ਸਮਝਾਉਣਾ ਤੇ ਦੂਜਾ ਕੰਮ ਗੁਰੂ ਦਾ ਕੀ ਹੈ। ਪਹਿਲਾ ਕੰਮ ਗੁਰੂ ਦਾ ਸਮਝਾਉਣਾ ਤੇ ਦੂਜਾ ਕੰਮ ਸਾਧ ਸੰਗਤ ਗੁਰੂ ਦਾ ਕਿ ਸਿੱਖ ਨੂੰ ਮੰਜ਼ਿਲ ਤੇ ਪਹੁੰਚਾਉਣਾ, ਰਸਤੇ 'ਚ ਨਹੀਂ ਰਹਿਣ ਦਿੰਦਾ। ਸਿੱਖ ਨੂੰ ਗੁਰੂ ਮੰਜ਼ਿਲ ਤੇ ਪਹੁੰਚਾਉਂਦਾ, ਉਹ ਰਸਤੇ ਵਿੱਚ ਨਹੀਂ ਰਹਿਣ ਦਿੰਦਾ। ਜੇ ਕੋਈ ਗੁਰੂ ਆਪ ਅੰਨ੍ਹਾ ਉਹ ਚੇਲਿਆਂ ਨੂੰ ਕੀ ਪਹੁੰਚਾਏਗਾ। ਉਹਦੇ ਬਾਰੇ ਸਾਹਿਬ ਨੇ ਬਾਣੀ ਅੰਦਰ ਕਿਹਾ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਓਏ ਪਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬਲੇਨ। ਜਿਨ੍ਹਾਂ ਦਾ ਗੁਰੂ ਅੰਨ੍ਹਾ ਉਹ ਆਪ ਨਹੀਂ ਮੰਜ਼ਿਲ ਤੇ ਪਹੁੰਚਿਆ, ਚੇਲਿਆਂ ਨੂੰ ਕੀ ਪਹੁੰਚਾਏਗਾ। ਇੱਕ ਪਿੱਛੇ ਜੇ ਹੁਣ ਉਹ ਬਾਬਾ ਜੇਲ੍ਹ ਵਿੱਚ PR ਹੋ ਗਿਆ, ਪੱਕਾ ਹੀ ਉਹਨੂੰ ਪੂਰੀ ਉਮਰ ਵਾਸਤੇ ਉਹਨੇ PR ਕਰ ਦਿੱਤਾ। ਸਾਧ ਸੰਗਤ ਉਹ ਵੀ ਗੁਰੂ ਅਖਵਾਉਂਦਾ, ਸਾਨੂੰ ਕਿਹੜਾ ਕਿਸੇ ਤੇ ਇਤਰਾਜ਼ ਹੈ। ਕੋਈ ਬੰਦਾ ਵੀ ਅਖਵਾ ਸਕਦਾ, ਸਰੀਰ ਧਾਰੀ, ਉਹਦਾ ਆਪਣਾ ਕੰਮ ਹੈ। ਪਰ ਸਾਧ ਸੰਗਤ ਵੇਖੋ, ਉਹ ਆਪ ਅੰਨੇ ਨੇ, ਦੂਜਿਆਂ ਨੂੰ ਕੀ ਮਾਰਗ ਪਾਉਣ। ਇੱਕ ਬਿਜਲੀ ਮਹਿਕਮੇ ਵਿੱਚ ਐਕਸ਼ਨ ਹੈ, ਹੁਣ ਉਹ ਐਸੀ ਬਣ ਗਿਆ, ਹੁਣ ਸਾਡੇ ਪਿਆਰ ਵਿੱਚ ਹੈ, ਮਿੱਤਰ ਹੈ, ਅੰਮ੍ਰਿਤਧਾਰੀ ਹੋ ਗਿਆ, ਗੁਰੂ ਦੀ ਕਿਰਪਾ ਬਖਸ਼ਿਸ਼ ਹੈ। ਉਹ ਕਹਿੰਦਾ ਭਾਈ ਸਾਹਿਬ ਜੀ ਜਦੋਂ ਮੈਂ ਐਕਸ਼ਨ ਸੀ ਨਾ, ਮੇਰੇ ਨਾਲ ਦੇ 3-4 ਐਕਸ਼ਨ ਤੇ ਜਈ ਜਿਹੜੇ ਸਨ, ਅਸੀਂ ਉਹ ਗੁਰੂ ਦੇ ਕੋਲ ਬਾਬੇ ਕੋਲ ਡੇਰੇ ਜਾਣ ਲੱਗ ਪਏ। ਕਹਿੰਦਾ ਜਦੋਂ ਪਹਿਲੀ ਵਾਰ ਗਏ ਤਾਂ ਕਹਿੰਦਾ ਉੱਥੇ ਟੋਕਨ ਮਿਲੇ ਸਾਨੂੰ ਗ੍ਰੀਨ ਕਲਰ ਦੇ। ਤਾਂ ਜਦੋਂ ਟੋਕਨ ਮਿਲੇ ਤੇ ਮੈਂ ਐਕਸ਼ਨ ਸਾਹਿਬ ਨੂੰ ਪੁੱਛਿਆ ਜੀ ਇਹ ਟੋਕਨ ਕਾਹਦਾ ਹੈ। ਉਹ ਕਹਿੰਦਾ ਜੀ ਇਹ ਮੋਹਰੇ ਆਪਾਂ ਸੋਫਿਆਂ ਤੇ ਬੈਠਣਾ, ਜਿਨ੍ਹਾਂ ਕੋਲ ਗ੍ਰੀਨ ਟੋਕਨ ਉਹ ਸੋਫਿਆਂ ਤੇ ਬਹਿੰਦੇ ਤੇ ਜਿਹੜੇ ਥੋੜੇ ਪੈਸੇ ਚੜਾਉਣ ਵਾਲੇ ਗਰੀਬ ਉਹ ਪਿੱਛੇ ਵਿਚਾਰੇ ਤੱਪੜਾਂ ਤੇ। ਇਹ ਵੱਡੇ ਅਫਸਰਾਂ ਵਾਸਤੇ ਮੋਹਰੇ। ਉਹ ਕਹਿੰਦਾ ਅਸੀਂ ਮੋਹਰੇ ਜਾ ਕੇ ਸੋਫਿਆਂ ਤੇ ਬਹਿ ਗਏ। ਤਾਂ ਕਹਿੰਦਾ ਪਹਿਲਾਂ ਸਟੇਜ ਉੱਤੇ ਭਜਨ ਚੱਲਦੇ ਰਹੇ ਬਾਬੇ ਦੇ, ਤਾਂ ਫਿਰ ਅਨਾਉਂਸਮੈਂਟ ਕੀਤੀ ਗਈ ਰੇ ਬਾਬਾ ਜੀ ਸਟੇਜ पे आ रहे हैं, ਸੰਗਤ ਸਾਵਧਾਨ ਹੋ ਜਾਏ। ਕਹਿੰਦਾ ਅਸੀਂ ਅੱਗੇ ਪਿੱਛੇ ਵੇਖਦੇ ਰਹੇ, ਇਧਰੋਂ ਉਧਰੋਂ ਬਾਬਾ ਜੀ ਆਉਣਗੇ। ਪਰ ਕਹਿੰਦਾ ਬੜੀ ਹੈਰਾਨਗੀ ਹੋਈ, ਉਹ ਬਾਬਾ ਨਾ ਅੱਗਿਓਂ ਨਾ ਪਿੱਛਿਓਂ ਨਾ ਇਧਰੋਂ ਸੱਜਿਓਂ ਖੱਬਿਓਂ ਸਟੇਜ ਉੱਤੇ ਸਰਚ ਲਾਈਟਾਂ ਜਗਾ ਦਿੱਤੀਆਂ। ਬਾਬਾ ਸਿੱਧਾ ਹੀ ਚਮਕਦੇ ਝੂਲੇ ਵਿੱਚ ਬੈਠਾ, ਉੱਪਰੋਂ ਉਤਰਿਆ ਕਰੇਨ ਨਾਲ, ਉਹਨੂੰ ਉੱਪਰੋਂ ਲਾਉਂਦੇ ਇਦਾਂ। ਉਹ ਦੀਵਾਨ ਇਦਾਂ ਦਾ ਬਣਾਇਆ ਹੋਇਆ ਉਹਨਾਂ ਨੇ। ਕਹਿੰਦਾ ਜਦੋਂ ਸਟੇਜ ਤੇ ਆਇਆ ਤਾਂ ਉਹਦੇ ਕੱਪੜੇ ਐਕਟਰਾਂ ਵਾਲੇ ਚਮਕਣ, ਲਾਈਟਾਂ ਵਿੱਚ ਕੱਪੜੇ ਚਮਕਾਂ ਮਾਰਨ, ਉਹਦਾ ਚਿਹਰਾ ਵੀ ਚਮਕੇ। ਇਹ ਤਾਂ ਮੈਂ ਕਈ ਵਾਰ ਕਥਾ 'ਚ ਕਿਹਾ, ਸਾਧ ਸੰਗਤ ਚਿਹਰਾ ਤਾਂ 2-4 ਲਾਈਟਾਂ ਮੇਰੇ ਵੱਲੋਂ ਇੱਧਰ ਸਰਚ ਲਾਈਟਾਂ ਲਾ ਦਿਓ, ਮੇਰਾ ਚਿਹਰਾ ਚਮਕਣ ਲੱਗ ਪੈਣਾ। ਉਹ ਤਾਂ ਬਦਾਮ ਰੋਗਨ ਲਾਉਂਦਾ ਸੀ, ਉਹਦਾ ਕਿਉਂ ਨਹੀਂ ਸੀ ਚਮਕਣਾ ਚਿਹਰਾ ਬਈ। ਉਹ ਬਾਬਾ ਸਟੇਜ ਤੇ ਆ ਕੇ ਉਹਨੂੰ ਮਾਈਕ ਫੜਿਆ ਤੇ ਉਹਨੇ ਕਿਹਾ ਵੀ ਜਿਤਨੀ ਸੰਗਤ ਆਈ ਹੈ ਸਭ ਕੋ ਕੋਟੀ ਕੋਟੀ ਪ੍ਰਣਾਮ। ਹਿੰਦੀ ਬੋਲਦਾ ਸੀ। ਹੁਣ ਉਹ ਬਾਬਾ ਜੇਲ੍ਹ ਵਿੱਚ ਪੱਕਾ ਹੋ ਗਿਆ ਸਾਰੀ ਉਮਰ ਲਈ। तो पकड़ के महक कोटि कोटि प्रणाम। अरे भाई जितने श्रद्धालु जन आए हैं, आप में से कोई बीड़ी बत्ता तंबाकू सिगरेट सुरापान लेते हैं वो खड़े हो जाए। सुरापान अर्थ शराब। कोई बीड़ी बत्ता तंबाकू जहरदा सुरापान शराब लेंदा खड़ा हो जाए। वो बिजली महकमे वाला एक्शन वो कहंदा सी मोहरे बैठे फस गए, शराब असी सारे पींदे सी, कहंदा सी खलो गए वे झूठ क्यों बोलना बई। कहना जदों खलो गए तो मेरे मन में आया हुणे बाबा शराब छड़ाएगा, हुणे कहेगा वे इन्ने दिन सेवा करो, कोई सजा लाएगा, शराब छड़ावेगा।
ਪਰ ਕਹਿੰਦਾ ਫਿਰ ਨਾਲ ਅਸੀਂ ਖੜਿਆਂ ਪਿਛਾਂ ਪਰਤ ਕੇ ਵੇਖਿਆ, ਕੱਲੇ ਹੀ ਤੇ ਨਹੀਂ ਕਿਤੇ ਹੋਰ ਵੀ ਲੋਕ ਨੇ। ਤਾਂ ਕਹਿੰਦਾ ਜਿੰਨੀ ਸੰਗਤ ਬੈਠੀ 20-22 ਬੰਦਾ, ਉਹ ਚ ਬੀਬੀਆਂ ਹੀ ਬੈਠੀਆਂ ਸੀ, ਬਾਕੀ ਬੰਦੇ ਸਾਰੇ ਖੜੇ ਸੀ। ਕਿਉਂ? ਸਭ ਕੁਝ ਨਾ ਕੁਝ ਖਾਂਦੇ, ਹਰਿਆਣਾ, ਰਾਜਸਥਾਨ, ਪੰਜਾਬ। ਕਹਿੰਦਾ ਤਿੰਨਾਂ ਸਟੇਟਾਂ ਦੇ ਲੋਕ। ਕਹਿੰਦਾ ਭਾਈ ਸਾਹਿਬ ਫਿਰ ਉਹ ਬਾਬੇ ਨੇ ਵੇਖਿਆ 20-22 ਹਜ਼ਾਰ ਬੰਦੇ ਵਿੱਚੋਂ 18-20 ਹਜ਼ਾਰ ਬੰਦਾ ਤਾਂ ਖੜਾ ਨਸ਼ੇ ਕਰਨ ਵਾਲੇ। ਹੁਣ ਨਸ਼ੇ ਛਡਾਏ ਤੇ ਡੇਰਾ ਥੋੜੀ ਖਾਲੀ ਕਰਾਉਣਾ। ਜੇ ਕਿਹਾ ਭਾਈ ਤਮਾਕੂ, ਸਿਗਰਟ, ਬੀੜੀ, ਸ਼ਰਾਬ ਛੱਡ ਕੇ ਫਿਰ ਮੇਰੇ ਡੇਰੇ ਆਓ, ਅਗਲੇ ਐਤਵਾਰ ਦਾ ਖਾਲੀ ਹੋ ਜਾਣਾ ਸਭ ਕੁਝ। ਕਹਿੰਦਾ ਉਹ ਬਾਬੇ ਨੇ ਫਿਰ ਛਡਾਈ ਨਹੀਂ ਸ਼ਰਾਬ। ਉਹਨੇ ਇੱਕ ਗੱਲ ਕਹੀ, ਅਰੇ ਭਾਈ ਕੋਈ ਬਾਤ ਨਹੀਂ, ਬੈਠ ਜਾਓ, ਧੀਰੇ ਧੀਰੇ ਛੋੜ ਦੇਣਾ। ਕਹਿੰਦਾ ਧੀਰੇ ਧੀਰੇ ਕੌਣ ਛੱਡਦਾ? ਮੈਂ 10 ਸਾਲ ਡੇਰੇ ਜਾਂਦਾ ਰਿਹਾ। ਕਹਿੰਦਾ ਅਸੀਂ ਨਹੀਂ ਛੱਡੀ। 10 ਸਾਲਾਂ ਬਾਅਦ ਭਾਗ ਜਾਗੇ। ਇੱਕ ਦਿਨ ਦਰਬਾਰ ਸਾਹਿਬ ਤੋਂ ਚੱਲਦੀ ਕਥਾ ਵਿੱਚ ਇਹ ਗੱਲ ਸਮਝ ਪਈ, ਉਹ ਭਲਿਆ ਆ ਜੋ ਕੋਈ ਤੂੰ ਖਾਨੇ, ਇਹ ਕੁਝ ਪੀਣ ਨਾਲ ਤੇਰੇ ਘਰ ਦੇ ਅੰਦਰ ਜਿੰਨਾ ਤੂੰ ਜਪਦਾ ਪੂਜਾ ਪਾਠ ਕਰਨਾ ਸਭ ਕੁਝ ਖਤਮ ਹੋ ਜਾਂਦਾ। ਤੇਰਾ ਕੀਤਾ ਪੁੰਨ, ਦਾਨ, ਤੀਰਥ, ਨੇਮ ਸਭ ਵਿਅਰਥ ਹੋਏ ਜਿੱਦਣ ਆਪਣੇ ਘਰ ਵਿੱਚ ਸ਼ਰਾਬ ਬਾੜ ਲੈਣਾ, ਜਿੱਦਣ ਆਪਣੇ ਘਰ ਵਿੱਚ ਇਹ ਅਸੁਰਾਂ ਦਾ ਖਾਣਾ ਬਾੜ ਲੈਣਾ, ਉਦਣ ਤੇਰਾ ਕੀਤਾ ਪੂਜਾ ਪਾਠ ਸਭ ਕੁਝ ਵਿਅਰਥ। ਕਹਿੰਦਾ ਜਦੋਂ ਆ ਕੰਨਾਂ 'ਚ ਆਵਾਜ਼ ਪਈ, ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਦ ਨੇਮ ਕੀਏ ਤੇ ਸਬਰ ਸਾਤਲ ਜਾਹੇ। ਕਹਿੰਦਾ ਉਸ ਦਿਨ ਤੋਂ ਭਾਈ ਸਾਹਿਬ ਮੈਂ ਸਭ ਕੁਝ ਘਰੋਂ ਸ਼ਰਾਬ ਚੁੱਕ ਕੇ ਸੁੱਟ ਦਿੱਤੀ, ਰੋਜ਼ ਕਥਾ ਕੀਰਤਨ ਸੁਣਨ ਲੱਗ ਪਿਆ। ਅੱਜ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਉਹ ਬਿਜਲੀ ਮਹਿਕਮੇ ਦਾ ਬਹੁਤ ਵੱਡਾ ਅਫਸਰ ਐਸੀ ਦੇ ਅਹੁਦੇ ਤੇ ਬੈਠਾ ਹੈ, ਅਜੇ ਉਹਦੀ ਸਰਵਿਸ ਰਹਿੰਦੀ ਹੈ, ਹੋਰ ਤਰੱਕੀ ਕਰੇਗਾ। ਗੁਰੂ ਨੇ ਕਿਰਪਾ ਕੀਤੀ, ਉਹ ਅੰਮ੍ਰਿਤਧਾਰੀ ਹੋ ਗਿਆ ਸਾਸਨ। ਉਸ ਦਿਨ ਤੋਂ ਘਰ ਸਵਰਗ ਬਣ ਗਿਆ। ਕਹਿੰਦਾ ਮੇਰੇ ਭਾਗ ਜਾਗ ਗਏ, ਜੇ ਮੈਂ ਉਸ ਦਿਨ ਸੁਣ ਕੇ ਸ਼ਰਾਬ ਨਾ ਛੱਡਦਾ, ਅੱਜ ਸ਼ਾਇਦ ਮੇਰੇ ਬੱਚੇ ਵੀ ਸ਼ਰਾਬੀ ਹੁੰਦੇ। ਹੁਣ ਬੱਚੇ ਵੀ ਉਧਰਲੇ ਪਾਸੇ ਜੁੜ ਗਏ। ਸਾਧ ਸੰਗਤ, ਇਹ ਪਤਾ ਕਿਵੇਂ ਘਰ ਵਿੱਚ ਸ਼ਰਾਬਾਂ ਚੱਲਦੀਆਂ? ਕਿਉਂਕਿ ਦੂਜਿਆਂ ਨੂੰ ਸ਼ਹਿ ਮਿਲਦੀ ਹੈ। ਜ਼ਿਆਦਾਤਰ ਵਿਆਹਾਂ ਸ਼ਾਦੀਆਂ ਵਿੱਚ ਤੁਹਾਡੇ ਬੱਚੇ ਪੀਣਾ ਸਿੱਖਦੇ ਨੇ। ਮੈਂ ਅੱਗੇ ਵੀ ਇੱਕ ਦਿਨ ਇਹ ਕਥਾ ਕਹੀ, ਜਦੋਂ ਵਿਆਹਾਂ ਸ਼ਾਦੀਆਂ 'ਚ ਵੇਖਦੇ ਨਾ ਫੁੱਫੜ ਰੱਜਿਆ ਪਿਆ, ਮਾਸੜ ਰੱਜਿਆ, ਉਹਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ, ਉਦੋਂ ਦੂਜੇ ਵੀ ਪੀਣ ਲੱਗ ਪੈਂਦੇ। ਏਦਾਂ ਭਾਈ ਆਪਣੇ ਘਰਾਂ ਵਿੱਚ ਧਿਆਨ ਰੱਖੋ, ਇਹ ਚੀਜ਼ਾਂ ਨਾਲ ਵਿਆਹ ਸ਼ਾਦੀਆਂ ਕਰਨੀਆਂ ਬੰਦ ਕਰੋ। ਜੇ ਸਿੱਖਾ ਤੂੰ ਸਿੱਖ ਹੋ ਕੇ ਘਰ ਵਿੱਚ ਇਹ ਚੀਜ਼ਾਂ ਬਾੜਨਾ, ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ। ਫਿਰ ਤੇਰੇ ਉੱਤੇ ਗੁਰੂ ਦੀ ਸਿੱਖਿਆ ਲਾਗੂ ਨਹੀਂ ਹੋਣੀ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕਿਉਂਕਿ ਜਿਹੜਾ ਤੂੰ ਪਾਠ ਕਰਾਇਆ ਉਸ ਤੋਂ ਬਾਅਦ ਸੱਜਣਾ ਆ ਕੁਝ ਲਿਆਂਦਾ, ਉਹ ਸਭ ਕੁਝ ਵਿਅਰਥ ਹੋ ਗਿਆ, ਸਭ ਕੁਝ ਵਿਅਰਥ ਹੋ ਗਿਆ। ਇਹ ਗੱਲ ਕੌਣ ਸਮਝਾਉਂਦਾ ਹੈ? ਗੁਰੂ। ਤੇ ਸਾਧ ਸੰਗਤ ਜਿਹੜਾ ਨਾ ਸਮਝਾਵੇ ਉਹ ਬੇਈਮਾਨ ਹੈ। ਗੁਰੂ ਪਹਿਲਾਂ ਸਮਝਾਉਂਦਾ ਤੇ ਫਿਰ ਗੁਰੂ ਸਿੱਖ ਨੂੰ ਮੰਜ਼ਿਲ ਤੇ ਪਹੁੰਚਾਉਂਦਾ, ਰਸਤੇ ਵਿੱਚ ਨਹੀਂ ਰਹਿਣ ਦਿੰਦਾ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਗੁਰੂ ਸਿੱਖ ਨੂੰ ਕਦੇ ਭਟਕਣ ਨਹੀਂ ਦੇਗਾ। ਮੈਂ ਕੱਲ ਵੀ ਬੇਨਤੀ ਕੀਤੀ ਸਾਧ ਸੰਗਤ, ਜੇ ਭਾਈ ਜੋਗਾ ਸਿੰਘ ਕਿਤੇ ਭਟਕਣ ਲੱਗਾ, ਗੁਰੂ ਨੇ ਬਾਹ ਪਕੜ ਕੇ ਉਹਨੂੰ ਮੰਜ਼ਿਲ ਤੱਕ ਪਹੁੰਚਾਇਆ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਗੁਰੂ ਸਿੱਖ ਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਔਰ ਗੁਰੂ ਸਿੱਖ ਨੂੰ ਤੀਜਾ ਕੰਮ ਹੈ, ਸਿੱਖ ਨੂੰ ਗੁਰੂ ਰੱਬ ਦੇ ਨਾਲ ਮਿਲਾਉਂਦਾ। ਅੱਧ ਵਿਚਕਾਰ ਨਹੀਂ ਰਹਿਣ ਦਿੰਦਾ, ਜੁਨਾ ਵਿੱਚ ਨਹੀਂ ਰਹਿਣ ਦਿੰਦਾ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਤੀਜਾ ਕਰਮ ਫਿਰ ਸੱਚੇ ਗੁਰੂ ਦੀ ਜ਼ਿੰਮੇਵਾਰੀ ਹੈ। ਉਹ ਫਿਰ ਜਾਮਣੀ ਦੇ ਕੇ ਕਹਿੰਦਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਰੱਬ ਨਾਲ ਮਿਲਾ ਦਿੰਦਾ ਔਰ ਸਿੱਖ ਦੀ ਜਾਮਣੀ ਭਰ ਕੇ ਜ਼ਿੰਮੇਵਾਰੀ ਲੈ ਕੇ ਸਭ ਲਿਖੇ ਦੇ ਕਾਗਜ਼ ਪਾੜ ਦਿੰਦਾ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਸਥਾਨ ਹੈ, ਜਦੋਂ ਤੁਸੀਂ ਫਿਰੋਜ਼ਪੁਰ ਜਾਓ, ਜਿੱਥੇ ਫੌਜ ਦੀ ਛਾਉਣੀ ਸ਼ੁਰੂ ਹੁੰਦੀ ਹੈ, ਉੱਥੇ ਫਿਰੋਜ਼ਪੁਰ ਐਂਟਰ ਕਰਦੇ ਆ, ਖੱਬੇ ਹੱਥੋਂ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਜਾਮਣੀ ਸਾਹਿਬ। ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਥਾਨ ਹੈ। ਉਸ ਜਗ੍ਹਾ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇੱਕ ਖੇਡ ਵਰਤਾਈ। ਪਾਤਸ਼ਾਹ ਨੇ ਆਪਣਾ ਬਾਜ ਛੱਡਿਆ ਤੇ ਤਿੱਤਰ ਦੇ ਮਗਰ ਲਾਤਾ। ਤਿੱਤਰ ਨੂੰ ਬਾਜ ਨੇ ਚੁੰਝਾਂ ਮਾਰ ਮਾਰ ਕੇ ਤੜਫਾ ਤੜਫਾ ਕੇ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ। ਜਦੋਂ ਬਾਜ ਉਹ ਤਿੱਤਰ ਨੂੰ ਮਾਰਦਾ ਸੀ ਨਾ, ਤੇ ਪਾਤਸ਼ਾਹ ਸਾਹਮਣੇ ਬੈਠੇ ਸੀ।
ਜਦੋਂ ਚੁੰਝਾਂ ਮਾਰ ਕੇ ਬਾਜ ਨੇ ਤਿੱਤਰ ਨੂੰ ਮਾਰਿਆ, ਉਹਨੂੰ ਲਹੂ ਲੁਹਾਨ ਕਰਕੇ ਉਸ ਤਿੱਤਰ ਨੂੰ ਮਾਰ ਦਿੱਤਾ। ਤੜਫ ਤੜਫ ਕੇ ਉਹ ਤਿੱਤਰ ਮਰ ਗਿਆ। ਫਿਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਕਹਿੰਦੇ ਭਾਈ ਸੁੱਚਾ ਕੱਪੜਾ ਲੈ ਕੇ ਆਓ, ਇਸ ਤਿੱਤਰ ਨੂੰ ਦਫਨਾਉਣਾ ਹੈ। ਪਾਤਸ਼ਾਹ ਨੇ ਜਲ ਮੰਗਾਇਆ, ਉੱਤੇ ਛੱਟਾ ਦਿੱਤਾ, ਸੁੱਚਾ ਕੱਪੜਾ ਮੰਗਾਇਆ, ਉਹਦੇ ਵਿੱਚ ਲਪੇਟ ਕੇ ਤਿੱਤਰ ਨੂੰ ਬੜੇ ਅਦਬ ਨਾਲ ਟੋਆ ਪੱਟ ਕੇ ਭੋਏ ਧਰਤੀ 'ਚ ਦਫਨਾ ਦਿੱਤਾ। ਹੁਣ ਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਨਾਲੇ ਅੱਖਾਂ ਦੇ ਸਾਹਮਣੇ ਮਰਵਾ ਦਿੱਤਾ ਤੇ ਨਾਲੇ ਇਹਨੂੰ ਇੰਨੇ ਪਿਆਰ ਨਾਲ ਦਫਨਾ ਰਹੇ ਹੋ, ਕਿਉਂ? ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਭਾਈ ਇਹ ਸਾਡਾ ਸਿੱਖ ਸੀ। ਪਾਤਸ਼ਾਹ ਸਿੱਖ ਹੋ ਕੇ ਤਿੱਤਰ ਬਣ ਗਿਆ ਤੇ ਅੱਜ ਅੱਖਾਂ ਦੇ ਸਾਹਮਣੇ ਮਰਵਾਇਆ, ਇਹ ਕਿਵੇਂ? ਸੱਚੇ ਪਾਤਸ਼ਾਹ ਨੇ ਕਿਹਾ, ਹੈ ਤਾਂ ਸਿੱਖ ਸੀ, ਪਰ ਭਾਈ ਇਹ ਕਰਮਾਂ ਕਰਕੇ ਭਟ ਗਿਆ ਤੇ ਗੁਰੂ ਦੀ ਜ਼ਿੰਮੇਵਾਰੀ ਹੈ। ਗੁਰੂ ਇੱਕ ਨਾ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚਾਉਂਦਾ ਹੈ। ਇਹਨੇ ਸਿੱਖੀ ਧਾਰਨ ਕੀਤੀ ਪਰ ਗੁਰੂ ਦੀ ਸਮਝ ਨਹੀਂ ਇਹਨੇ ਲਈ, ਇਹ ਸਮਝ ਵਿੱਚ ਉੱਕ ਗਿਆ। ਕਹਿੰਦੇ ਮਹਾਰਾਜ ਕਿਵੇਂ? ਉੱਥੇ ਇਤਿਹਾਸ ਲਿਖਿਆ ਹੋਇਆ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਸਮਝਾਏ। ਕਹਿੰਦੇ ਇਹਨੇ ਕਿਸੇ ਸੇਠ ਕੋਲੋਂ ਉਧਾਰੇ ਪੈਸੇ ਲਏ ਸੀ, ਉਧਾਰੇ ਪੈਸੇ ਵਿਆਜ ਤੇ ਲਏ ਤੇ ਮੁੱਕਰ ਗਿਆ ਪੈਸੇ ਦੇਣੋਂ। ਜਦੋਂ ਪੈਸੇ ਮੰਗੇ ਉਹ ਪਿੰਡ ਛੱਡ ਕੇ ਇਹ ਭੱਜ ਗਿਆ ਸਿੱਖ, ਕਿਤੇ ਹੋਰ ਪਿੰਡ ਰਹਿਣ ਲੱਗ ਪਿਆ। ਕਹਿੰਦੇ ਸੇਠ ਲੱਭਦਾ ਕਈ ਸਾਲਾਂ ਬਾਅਦ ਕਿਸੇ ਨੇ ਦੱਸਿਆ, ਉਹ ਤੇਰੇ ਪੈਸੇ ਮਾਰਨ ਵਾਲਾ ਫਲਾਣੇ ਪਿੰਡ ਰਹਿੰਦਾ। ਕਹਿੰਦੇ ਉਹਨੇ ਜਾ ਕੇ ਪਕੜ ਲਿਆ, ਪਕੜ ਕੇ ਬੰਦੇ ਇਕੱਠੇ ਕਰਕੇ ਕਿਹਾ ਵੀ ਮੇਰੇ ਪੈਸੇ ਦੇ। ਕਹਿੰਦੇ ਫਿਰ ਇਹ ਮੁੱਕਰ ਰਿਹਾ ਸੀ, ਪਰ ਪਰਿਆਂ ਵਿੱਚ ਪੰਚਾਇਤ ਵਿੱਚ ਮੰਨ ਗਿਆ ਕਿ ਮੈਂ ਪੈਸੇ ਦੇਣੇ ਨੇ, ਪਰ ਹੁਣ ਮੇਰੇ ਕੋਲ ਨਹੀਂ। ਉਹ ਸੇਠ ਕਹਿੰਦਾ ਫਿਰ ਦੇਣੇ ਕਦੋਂ ਭਾਈ, ਪੈਸੇ ਦੇ। ਇਹ ਕਹਿੰਦਾ ਵੀ ਥੋੜੀ ਦੇਰ ਰੁਕ ਲਾ, ਸਾਲ ਨੂੰ 2 ਸਾਲਾਂ ਨੂੰ ਦੇ ਦਾਂਗਾ। ਕਹਿੰਦੇ ਕੋਈ ਬੰਦਾ ਇਹਦੀ ਜਾਮਣੀ ਨਾ ਲਵੇ। ਤੇ ਉਹ ਸੇਠ ਕਹਿੰਦਾ ਕਿਸੇ ਬੰਦੇ ਦੀ ਜਾਮਣੀ ਰੱਖ ਬਈ, ਗਰੰਟੀ ਪਵਾ। ਤੁਸੀਂ ਵੀ ਬੈਂਕ ਤੋਂ ਪੈਸੇ ਲੈਣੇ ਹੋਣ ਨਾ, ਭਾਵੇਂ ਸਾਧ ਸੰਗਤ ਆਪਾਂ ਜ਼ਿਮੀਂਦਾਰ ਬੰਦੇ ਜ਼ਮੀਨ ਉੱਤੇ ਭਾਵੇਂ ਲਿਮਟ ਚੱਕਣੀ ਹੋਵੇ ਤਾਂ ਵੀ 2 ਬੰਦਿਆਂ ਦੀ ਗਰੰਟੀ ਪੈਂਦੀ ਹੈ। ਸੁਸਾਇਟੀ ਵਾਲੇ ਪਹਿਲਾਂ ਜਿਹੜੀ ਸਹਿਕਾਰੀ ਆਪਣੀਆਂ ਬੈਂਕਾਂ ਉਹਦੇ ਵਿੱਚ ਗਰੰਟਰ ਰੱਖਦੇ। ਤੁਸੀਂ ਕਿਸੇ ਬੈਂਕ ਤੋਂ ਕੋਈ ਲੋਨ ਪੈਸਾ ਲੈਣਾ ਉਹ ਦਿੰਦੇ ਨੇ, ਵਿੱਚ ਗਰੰਟਰ ਰੱਖਦੇ ਭਾਈ। ਕੋਈ ਜਾਮਣੀ ਵਾਲਾ ਰੱਖ ਬੰਦਾ, ਤਾਂ ਉਹ ਪਿੰਡਾਂ 'ਚ ਜਾਮਣੀ ਕਹਿੰਦੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਦੀ ਕੋਈ ਜਾਮਣੀ ਨਾ ਦਵੇ। ਸੇਠ ਕਹਿੰਦਾ ਕੋਈ ਜਾਮਣੀ ਦੇ ਭਾਈ, ਤੇਰੀ ਜ਼ਿੰਮੇਵਾਰੀ ਤਾਂ ਲਵੇ, ਤੂੰ ਤੇ ਭੱਜ ਜਾਂਦਾ ਅੱਗੇ। ਕਹਿੰਦੇ ਜਦੋਂ ਕਿਸੇ ਨੇ ਜਾਮਣੀ ਨਾ ਲਈ, ਕਿਸੇ ਨੇ ਦੀ ਜਾਮਣੀ ਨਾ ਦਿੱਤੀ, ਤਾਂ ਫਿਰ ਇਹਨੇ ਇਹ ਗੱਲ ਕਹਿ ਦਿੱਤੀ ਬਈ ਮੈਂ ਆਪਣੇ ਗੁਰੂ ਦੀ ਜਾਮਣੀ ਦਿੰਦਾ, ਮੈਂ ਗੁਰੂ ਦਾ ਸਿੱਖ ਹਾਂ, ਤੇਰੇ ਪੈਸੇ ਮੋੜਾਂਗਾ। ਕਹਿੰਦੇ ਸੇਠ ਨੇ ਕਿਹਾ ਚੱਲ ਤੂੰ ਗੁਰੂ ਦਾ ਨਾਮ ਲਿਆ, ਇੱਕ ਵਾਰ ਤੇਰੇ ਤੇ ਫਿਰ ਵਿਸ਼ਵਾਸ ਕਰ ਲੈ। ਤੂੰ ਗੁਰੂ ਦਾ ਨਾਮ ਲਿਆ, ਇੱਕ ਵਾਰ ਤੇਰੇ ਤੇ ਫਿਰ ਭਰੋਸਾ ਕਰ ਲੈਂਦੇ ਆ, ਜਾ ਹੁਣ ਪੈਸੇ ਦੇ ਦੇਈ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਉਹ ਸੇਠ ਨੇ ਤਾਂ ਵਿਸ਼ਵਾਸ ਕਰ ਲਿਆ, ਇਹਨੇ ਵਿਸ਼ਵਾਸਘਾਤ ਫਿਰ ਕੀਤਾ, ਗੁਰੂ ਦੀ ਜਾਮਣੀ ਪਵਾ ਕੇ ਵੀ ਇਹਨੇ ਪੈਸੇ ਨਹੀਂ ਦਿੱਤੇ। ਮਹਾਰਾਜ ਫਿਰ ਕਹਿੰਦੇ ਫਿਰ ਕੀ, ਇੱਕ ਦਿਨ ਇਹ ਵੀ ਮਰ ਗਿਆ ਬੁੱਢਾ ਹੋ ਕੇ ਬਿਮਾਰੀ ਨਾਲ, ਇੱਕ ਦਿਨ ਉਹ ਸੇਠ ਵੀ ਮਰ ਗਿਆ। ਕਹਿੰਦੇ ਹੈ ਉਹ ਸੇਠ ਸਾਡਾ ਸਿੱਖ ਨਹੀਂ ਸੀ, ਪਰ ਉਹਨੇ ਗੁਰੂ ਦੇ ਨਾਂ ਉੱਤੇ ਜਾਮਣੀ ਮੰਨ ਕੇ ਇਹਨੂੰ ਛੱਡ ਦਿੱਤਾ। ਭਾਈ ਜਾ ਗੁਰੂ ਦਾ ਨਾਮ ਲਿਆ ਤੇ ਜਾਮਣੀ ਰੱਖ ਲਈ, ਪੈਸੇ ਦੇ ਦੇ, ਹੁਣ ਤੂੰ ਗੁਰੂ ਦਾ ਨਾਮ ਲਿਆ। ਪਾਤਸ਼ਾਹ ਕਹਿੰਦੇ ਸੇਠ ਸਾਡਾ ਸਿੱਖ ਨਹੀਂ ਸੀ, ਪਰ ਉਹਨੇ ਗੁਰੂ ਦੇ ਨਾਂ ਉੱਤੇ ਜਾਮਣੀ ਮੰਨ ਲਈ। ਤੇ ਭਲਿਓ ਸੇਠ ਮਰਨ ਤੋਂ ਬਾਅਦ ਪਤਾ ਕੀ ਬਣਿਆ? ਕਹਿੰਦੇ ਉਹ ਬਾਜ ਬਣਿਆ, ਉਹਨੂੰ ਅਸੀਂ ਰੋਜ਼ ਆਪਣੇ ਹੱਥ ਤੇ ਬਿਠਾ ਕੇ ਰੱਖੀਦਾ। ਤੇ ਜਿਹੜਾ ਜਾਮਣੀ ਗੁਰੂ ਦੀ ਦੇ ਕੇ ਮੁੱਕਰ ਗਿਆ, ਇਹ ਸਿੱਖ ਹੋਣ ਦੇ ਬਾਵਜੂਦ ਵੀ ਇਹਨੇ ਗੁਰੂ ਦੇ ਨਾਂ ਦੀ ਜਾਮਣੀ ਦਾ ਧੋਖਾ ਕੀਤਾ। ਇਹ ਮਰ ਕੇ ਬਣ ਗਿਆ ਤਿੱਤਰ, ਭਟਕਦਾ ਰਿਹਾ ਇੱਥੇ ਕਮਾਦੀਆਂ ਵਿੱਚ, ਭਟਕਦਾ ਰਿਹਾ ਦਰਖਤਾਂ ਤੇ। ਕਹਿੰਦੇ ਅੱਜ ਸਾਹਮਣੇ ਆਇਆ, ਇਹਦੀ ਸਜ਼ਾ ਪੂਰੀ ਹੋ ਗਈ। ਹੁਣ ਤਿੱਤਰ ਦੇ ਕੋਲੋਂ, ਉਹ ਬਾਜ ਦੇ ਕੋਲੋਂ ਤਿੱਤਰ ਮਰਵਾਇਆ, ਸੇਠ ਦੇ ਕੋਲੋਂ ਇਹਦੀ ਜਾਮਣੀ ਪੂਰੀ ਕਰਾਈ ਹੈ। ਵਿੱਚ ਬਹਿ ਕੇ ਆਪ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਹਾਜ਼ਰ ਰਹੇ ਤੇ ਬਾਜ ਦੇ ਕੋਲੋਂ ਤਿੱਤਰ ਨੂੰ ਮਰਵਾਇਆ ਚੰਗੀ ਤਰ੍ਹਾਂ। ਕਹਿੰਦੇ ਮਹਾਰਾਜ ਫਿਰ ਮੁਕਤ ਕਿਉਂ ਕਰ ਰਹੇ ਆ? ਕਹਿੰਦੇ ਭਾਈ ਗੁਰੂ ਨੂੰ ਲਾਜ ਹੈ, ਪਾਣੀ ਕਾਠ ਨਾ ਡੋਬੇ ਪਾਲੇ ਦੀ ਲੱਚੈ। ਇਹ ਠੀਕ ਹੈ ਗੁਰੂ ਦੀ ਸਿੱਖਿਆ ਤੋਂ ਭਟਕ ਗਿਆ, ਇਹ ਠੀਕ ਹੈ ਇਹਨੇ ਗੁਰੂ ਦਾ ਕਿਹਾ ਮੰਨਿਆ ਨਹੀਂ, ਗੁਰੂ ਨੇ ਸਮਝਾਇਆ ਚੰਗੀ ਤਰ੍ਹਾਂ ਸਮਝਿਆ ਨਹੀਂ।
पर है तां साडा सिख सी ना, जिम्मेवारी ते बनदी है, इसलिए गुरु मंजिल ते पहुंचाउंदा है, भावें एक जन्म अगे ही सही। पातशाह ने कहा इनू हुण मुक्त कीता है। इदां दीयां बहुत घटनावां इतिहास विच तुसीं सुणोगे। जदों हजूर साहब जाओ ना, उत्थे एक गुरुद्वारा साहब बनया होया शिकार घाट। श्री गुरु गोबिंद सिंह महाराज जी ने उत्थे सहज दा शिकार कीता है। वो श्री गुरु नानक साहब महाराज दे वेले तो साखी है तां गुरु दा सिख, पर ऐन मौके ते साध संगत गुरु दी सिक्ख्या कमा नहीं सकिया, धोखा खा गया। जदों गुरु नानक साहब महाराज घर गए ते घर वाली दे अखे लग के पिछले कमरे च डर के लुक गया, ते घर वाली नूं कहंदा कह दे घर नहीं है। पातशाह ने कहा मर्दानिया फिर आवाज दे, मूला घर ही होना है। ते अग्गों ओहदे घर वाली कहंदी जी ओह घर नहीं है। जदों 3 वार कहा, हजूर सच्चे पातशाह कहंदे रहण दे मर्दानिया आ जा, जे है नहीं ते फिर होना ही नहीं। श्री गुरु गोबिंद सिंह महाराज सच्चे पातशाह ने उत्थे ओह सब कुछ फिर घटना घटी। गुरु नानक साहब महाराज तां आ गए, पर साध संगत मूला सप लड़ के मर गया। जदों लड़े उहदे मूँह चों झग जाए, मुरशद हो गया, बेहोश हो गया, श्वास पूरे हो गए। चक के परिवार वाले घर वाले उहदे घर वाली नाल लेके आए। महाराज सप लड़ गया, मूला मर गया। श्री गुरु नानक साहब महाराज कहते भाई हुण नहीं कुछ कर सकते, जे किते जिउंदा जी आ जांदा ना फिर मुक्त हो जाना सी। अंत वेले इहने घर वाली दा भै रख के गुरु नाल धोखा कीता है। हुण इह डरदा रहेगा, डरन वाली जून च पएगा। सहा सब नालों वध डरदा है। किन्नियां जूना सहज पैंदा रहा। अंत श्री गुरु गोबिंद सिंह महाराज जी ने मुक्त किया। सिखां पुछया महाराज हुण क्यों मुक्त किया? कहंदे भाई सिख सी, गुरु दा फर्ज बनदा है, गुरु मंजिल ते जरूर पहुंचाउंदा है। सिखा 4 काम तू कर, ते फिर गुरु दी जिम्मेवारी पहला गुरु समझाउंदा है, फिर गुरु साध संगत मंजिल ते भी पहुंचाउंदा है। ये गुरु दा कम है साध संगत। हुण समझाउण दा ते बुझाउण दा कम की है? गुरु सिख नूं मंजिल ते पहुंचाउंदा है, ते इह भी सच है गुरु सिख नूं रब दे नाल मिलाउंदा है। ये गुरु दी जिम्मेवारी है। वो अध विचकार नहीं रहन दिंदा, वो जूना विच नहीं फिर भटकदियां रहन दिंदा। भावें वो सिख गलती करके अगले जून जन्म च भटक जाए, एक दिन गुरु साध संगत उहनूं रब नाल जरूर मिलाउंदा है। ये हुण बेनती समझिओ, गुरु दे समझाउण दा तरीका संसार दे होर लोकां नालों बिल्कुल अलग है। ऐ नहीं कि गुरु किसी नूं सजा दिंदा है, ऐ नहीं कि गुरु किसी दे गलती दे उत्ते साध संगत नूं बहुत वड्डा दंड दिंदा है। भाई गुरदास साहब ने एक वचन लिखिआ है, कहंदे गुरु मां दी तरह काम करदा है। महाराज किवें? कहंदे जे कोई बच्चा करद चुक ले ना तिखी हत्थ 'च चाकू, मां किते भज के थोड़ी उहदे हत्थों खोंदी है, क्योंकि जे उहदे हत्थ चों बड़े जोर नाल चाकू खिंचिआ, बच्चा ते अनजान है, ओने उस चीज नूं घुट के हथ नाल पकड़ लेना, जोर नाल चाकू खिंचिआ ते हथ वड्ढिआ जा सकदा है। मां फिर किवें करदी? बड़े प्यार नाल ओनूं फसलाउंदी है, प्यार नाल कोई होर चीज दिंदी है, बच्चे दा ध्यान उधर पैंदा है ते मां तिखी करद दे हथ चों ले लैंदी है। जे बच्चा सप दे नजदीक किते खेडदा रह जाए, घाह विच सप दिस जाए, मां किते रौला थोड़ी पाउंदी, प्यार नाल पतिया के किते बच्चे नूं की पता ओ सप है, हथ ना चुक ना लवे, ओनूं प्यार नाल फुसला के अपने वल किसे होर चीज दा लालच दिंदी है। इदां साध संगत गुरु है। जदों सिख किते भटकदा किसे चीज नाल मोह पा लैंदा है, ते गुरु भुल्लियां नूं मार्ग पाउण वास्ते सानू होर चीजां पदार्थ दुनिया दे सुख दिंदा है। भलिया इधरले पासों हट जाए, प्यार नाल पतिया के औगण दूर करदा है। गुरु दंड नहीं दिंदा, गुरु रौला पा के सिख नूं बदनाम नहीं करदा। भाई गुरदास साहब वचन लिखदे, कहंदे जिस तरह एक मां अपने बच्चे नूं, जैसे सुत गहत सरप सुत पेख माता, कहते जिवें मां वेख लेने हथ च करद चुक लई है जां सप चुक लिया, हुण किवें बचाउंदी है? कहते प्यार करके, काली करके नहीं। ताहे ना पुकार फुसलाए और मंड है, रौला नहीं पाउंदी, बड़े प्यार नाल जाके कोई होर चीज फड़ाउंदी है ते करद हथ चों ले लैंदी है।
जैसे भूल चूक चटिया की न विचारे पंदा, कह कह सीखियत मूर्खत मत मंड है। कहने जे कोई बच्चा ना पढ़े गलती करे स्कूल च, टीचर किते स्कूलों थोड़ी कढ़ दिंदा, ਉਹਨੂੰ ਸਹਿਜੇ ਸਹਿਜੇ ਸਮਝਾਉਂਦਾ। ਆਹ ਗੱਲ ਪਿਆਰ ਨਾਲ ਕਹਿੰਦਾ, ਪੁੱਤਰੋ ਉਹ ਅੱਜ ਤੁਹਾਡੇ ਕੋਲ ਵਕਤ ਹੈ, ਪੜ੍ਹ ਲਓ। ਜ਼ਮੀਨ ਜਾਇਦਾਦ ਤਾਂ ਤਿੰਨਾਂ ਭਰਾਵਾਂ 'ਚ ਵੰਡੀ ਜਾਏਗੀ, ਪਰ ਜਿਹੜੀ ਪੜ੍ਹਾਈ ਤੁਸੀਂ ਕਰ ਲੈਣੀ ਉਹ ਵੰਡੀ ਨਹੀਂ ਜਾਣੀ, ਉਹ ਤੁਹਾਡੀ ਰਹਿਣੀ ਹੈ। ਦੋ ਭਰਾਵਾਂ ਦੀ ਜਾਇਦਾਦ ਤਾਂ ਦੋਦੀ ਹੋ ਜਾਣੀ ਹੈ, ਪਰ ਜਿਹੜੀ ਅੱਜ ਪਿਓ ਦੇ ਖਰਚੇ ਤੇ ਪੜ੍ਹਾਈ ਕਰ ਰਿਹਾ ਹੈ ਇਹ ਕਿਸੇ ਨੇ ਵੰਡਣੀ ਨਹੀਂ, ਇਹ ਤੂੰ ਪੜ੍ਹੇਗਾ ਤੇਰੇ ਕੋਲੇ ਰਹੇਗੀ। ਉਹ ਸਮਝਾ ਸਮਝਾ ਕੇ ਉਹਦੀ ਮੂਰਖਤ ਮਤ ਦੂਰ ਕਰਦਾ, ਸਕੂਲੋਂ ਥੋੜੀ ਕੱਢਦਾ। ਜੈਸੇ ਭੂਲ ਚੂਕ ਚਟਿਆ ਕੀ ਨਾ ਵਿਚਾਰੇ ਪੰਦਾ, ਕਹਿ ਕਹਿ ਸਿਖਿਅਤ ਮੂਰਖਤ ਮਤ ਖੰਡ ਹੈ। ਕਹਿੰਦੇ ਇਸੇ ਤਰ੍ਹਾਂ ਭਾਈ ਗੁਰੂ ਹੈ, ਤੈਸੇ ਅਵਗਣ ਪੇਖ ਦੰਡ ਨਾ ਦੇਤ ਗੁਰੂ। ਕਿਸੇ ਦੇ ਔਗਣ ਵੇਖ ਕੇ ਗੁਰੂ ਉਹਨੂੰ ਸਜ਼ਾ ਥੋੜੀ ਦਿੰਦਾ, ਉਹਨੂੰ ਸਹਿਜੇ ਸਹਿਜੇ ਪਿਆਰ ਨਾਲ ਸਮਝਾਉਂਦਾ ਤੇ ਮਾਰਗ ਪਾਉਂਦਾ। ਇਹ ਗੱਲ ਕਹਿੰਦਾ, ਭਾਈ ਤੂੰ ਭੁੱਲਿਆ ਹੋਇਆ ਮਾਰਗ ਪੈ। ਕਿਹੜੀ ਚੀਜ਼ ਕਰਕੇ ਭੁੱਲ ਗਏ? ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਤੇਰਾ ਮਨ ਕ੍ਰੋਧੀ ਹੋ ਗਿਆ, ਕੰਮੀ ਹੋ ਗਿਆ, ਬਕਾਰੀ ਹੋ ਗਿਆ। ਗੁਰੂ ਸਮਝਾਉਂਦਾ ਤੇ ਬੰਧਨ ਕੱਟਦਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨੇ ਸਤਾਰਾ। ਗੁਰੂ ਸਮਝਾਉਂਦਾ, ਫਿਰ ਸਾਧ ਸੰਗਤ ਗੁਰੂ ਸਿੱਖ ਨੂੰ ਮੰਜ਼ਿਲ ਤੇ ਪਹੁੰਚਾਉਂਦਾ, ਬਾਹ ਪਕੜ ਕੇ ਤੇ ਰੱਬ ਨਾਲ ਮਿਲਾਉਂਦਾ। ਨਾਨਕ ਬਾਹਾਂ ਪਕੜ ਸਤਿਗੁਰ ਨੇ ਸਤਾਰਾ। ਤੇ ਉਹ ਸਿੱਖ ਜਿਹਦੀ ਬਾਹ ਪਕੜ ਕੇ ਗੁਰੂ ਔਗਣਾ ਤੋਂ ਕੱਢਦਾ, ਉਹ ਫਿਰ ਜਦੋਂ ਪਿਆਰ ਚ ਆਉਂਦਾ ਜ਼ਰੂਰ ਪੜਦਾ ਕਿ ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਵੱਡੇ ਭਾਗਾਂ ਨਾਲ ਇਦਾਂ ਦਾ ਗੁਰੂ ਮਿਲਦਾ ਜਿਹੜਾ ਭੁੱਲਿਆਂ ਨੂੰ ਮਾਰਗ ਪਾਉਂਦਾ। ਇੱਕ ਵਾਰ ਪਿਆਰ ਨਾਲ ਕਹੋ ਆਪਣੇ ਗੁਰੂ ਦੇ ਪਿਆਰ ਵਿੱਚ, ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ, ਗੁਰ ਵਡ ਭੁੱਲੇ ਮਾਰਗ ਜਿਨੇ ਬਤਾਇਆ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ। ਭੁੱਲੇ ਗੱਜ ਕੇ ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਗੁਰ ਵਡ ਭਾਗੀ ਪਾਇਆ। ਗੁਰ ਵਡ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਛੋਟੀ ਜਿਹੀ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ, ਸਮਾਂ ਸਮਾਪਤ ਹੋ ਗਿਆ। ਗੁਰਮੁਖਾਂ ਨੇ ਮੈਨੂੰ ਹੁਕਮ ਕੀਤਾ ਕਿ ਉਹ ਸਾਖੀ ਜ਼ਰੂਰ ਸੁਣਾਇਓ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸਥਾਨ ਹੈ ਗੋਇੰਦਵਾਲ ਸਾਹਿਬ। ਇੱਥੇ ਸਾਧ ਸੰਗਤ 2 ਵਾਰ ਅਕਬਰ ਬਾਦਸ਼ਾਹ ਆਇਆ ਹਿੰਦੁਸਤਾਨ ਦਾ। ਇੱਕ ਵਾਰ ਉਹਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਤੇ ਸਾਧ ਸੰਗਤ ਤੋਂ 3 ਦਿਨ ਗੋਇੰਦਵਾਲ ਸਾਹਿਬ ਰਿਹਾ। 3 ਦਿਨ ਗੁਰੂ ਦਾ ਪ੍ਰਸ਼ਾਦਾ ਲੰਗਰ ਛਕਦਾ ਰਿਹਾ। ਉਹਨੇ ਹੱਥ ਜੋੜ ਕੇ, ਮਹਾਰਾਜ ਕਿਹੜਾ ਰਸੋਈਆ ਰੱਖਿਆ ਜਿਹੜਾ ਇੰਨਾ ਸਵਾਦ ਭੋਜਨ ਬਣਾਉਂਦਾ?
ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਚਨ ਕਿਹਾ, ਭਾਈ ਸਾਡਾ ਕੱਲਾ ਕੱਲਾ ਸਿੱਖ ਰਸੋਈ ਹੈ, ਜਿਹਨੂੰ ਕਹਿ ਦਈਏ ਉਹੀ ਉਹ ਲੰਗਰ ਤਿਆਰ ਕਰ ਦਿੰਦਾ। ਇੱਥੇ ਸਭ ਕਿਰਤੀ ਸਿੱਖ ਨੇ, ਆਪਣੇ ਆਪ ਸੇਵਾ ਲੈਂਦੇ, ਕੋਈ ਪੈਸਿਆਂ ਤੇ ਰਸੋਈਆ ਨਹੀਂ ਰੱਖਿਆ ਹੋਇਆ। ਇਹ ਦਾਲਾਂ ਸਬਜ਼ੀਆਂ ਭਾਜੀ ਪ੍ਰਸ਼ਾਦੇ ਆਪੇ ਸੰਗਤ ਬਹਿ ਕੇ ਬਣਾਉਂਦੀ ਹੈ। ਤੇ ਉਹ ਕਹਿੰਦਾ, ਮਹਾਰਾਜ ਇੰਨਾ ਰਸ, ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਕਈ ਤਰ੍ਹਾਂ ਦੇ ਮੇਰੇ ਕੋਲ ਰਸੋਈਏ ਨੇ, ਪਰ ਇੰਨਾ ਭੋਜਨ ਸਵਾਦ ਮੇਰੇ ਵੀ ਸ਼ਾਹੀ ਖਾਣੇ 'ਚ ਨਹੀਂ ਬਣਦਾ ਜਿੰਨਾ ਤੁਹਾਡੇ ਲੰਗਰ ਵਿੱਚ। ਇਹ ਕਿਵੇਂ? ਸੱਚੇ ਪਾਤਸ਼ਾਹ ਨੇ ਕਿਹਾ, ਇੱਕ ਨੰਬਰ ਇਹ 10 ਨੋਹਾਂ ਦੀ ਕਿਰਤ ਕਮਾਈ ਦਾ ਲੰਗਰ ਹੈ, ਤੇ ਦੂਜਾ ਕੁਰ ਬਾਦਸ਼ਾਹ ਇਹ ਲੰਗਰ ਕਣਕ ਬੀਜਣ ਤੋਂ ਵੱਢਣ, ਗੁਰੂ ਘਰ ਲਿਆਉਣ, ਆਟਾ ਪੀਸਣ, ਪ੍ਰਸ਼ਾਦੇ ਬਣਾਉਣ ਤੱਕ ਇਹਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਹੁੰਦਾ ਹੈ। ਜਦੋਂ ਬਣ ਜਾਂਦੇ ਨੇ, ਵਰਤਾਉਣ ਵਾਲਾ ਵੀ ਕਹਿੰਦਾ ਪ੍ਰਸ਼ਾਦਾ ਵਾਹਿਗੁਰੂ, ਤੇ ਛਕਣ ਵਾਲਾ ਵੀ ਹੱਥ ਜੋੜ ਕੇ ਵਾਹਿਗੁਰੂ ਛਕਦਾ। ਇਸ ਲਈ ਇਹਦੇ ਵਿੱਚ ਇੰਨਾ ਰਸ ਹੈ, ਨਾਮ ਜਪਣ ਨਾਲ ਪ੍ਰਸ਼ਾਦੇ ਦੀ ਤਸੀਰ ਬਦਲ ਜਾਂਦੀ ਹੈ। ਇਹ ਬੇਨਤੀ ਮੈਂ ਤੁਹਾਨੂੰ ਵੀ ਕਰਾਂਗਾ ਭੈਣੋ, ਤੁਹਾਡੇ ਹੱਥ ਵਿੱਚ ਬਹੁਤ ਵੱਡੀ ਰੱਬ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਜੇ ਮੰਨ ਲਓ। ਜਦੋਂ ਸਵੇਰੇ ਘਰ ਵਿੱਚ ਪ੍ਰਸ਼ਾਦਾ ਬਣਾਉਂਦੇ ਹੋ, ਜਾਂ ਸਵੇਰੇ ਉੱਠ ਕੇ ਪਹਿਲਾਂ ਚਾਹ ਬਣਾਉਂਦੇ ਹੋ, ਆਪਣੇ ਘਰ ਵਿੱਚ ਰਸੋਈ ਚੁੱਲ੍ਹਾ ਬਾਲਦੇ ਹੋ, 5 10 20 ਵਾਰ ਸਾਧ ਸੰਗਤ ਚਾਹ ਬਣਾਉਂਦਿਆਂ, ਪ੍ਰਸ਼ਾਦਾ ਬਣਾਉਂਦਿਆਂ ਨਾਲ ਕਹਿ ਦਿਆ ਕਰੋ ਭੈਣੋ, ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਤੁਹਾਡੇ ਘਰ ਦੀਆਂ ਰੋਟੀਆਂ ਪ੍ਰਸ਼ਾਦਿਆਂ ਦੀ ਤਸੀਰ ਬਦਲ ਜਾਏਗੀ। ਮੈਂ ਆਪਣੀ ਇਸ ਹਯਾਤੀ ਜ਼ਿੰਦਗੀ 'ਚ ਵੇਖਿਆ, ਜਿਨ੍ਹਾਂ ਗੁਰਮੁਖਾਂ ਦੇ ਘਰ ਵਿੱਚ ਸਿਮਰਨ ਹੈ ਨਾ ਬਾਣੀ ਦਾ, ਸਾਧ ਸੰਗਤ ਉੱਥੇ ਪ੍ਰਸ਼ਾਦਾ ਛਕਣ ਨੂੰ ਜੀ ਹੋਰ ਕਰਦਾ ਵੀ ਇੱਕ ਪ੍ਰਸ਼ਾਦਾ ਹੋਰ ਛਕ ਲਈਏ। ਇਹ ਵੀ ਸੱਚ ਹੈ, ਉਹਦੇ ਘਰ ਦਾ ਛਕਿਆ ਪ੍ਰਸ਼ਾਦਾ ਸਾਧ ਸੰਗਤ ਮਿੰਟ ਐ 10 15 ਲੱਗਦੇ, ਪਤਾ ਨਹੀਂ ਲੱਗਦਾ ਕਦੋਂ ਪਚ ਗਿਆ, ਕਿਉਂ? ਸਿਮਰਨ ਜੂ ਹੋਇਆ। ਉਹ ਕੱਲੀਆਂ ਰੋਟੀਆਂ ਨਹੀਂ, ਉਹ ਗੁਰੂ ਦਾ ਪ੍ਰਸ਼ਾਦ ਹੈ। ਉਹ ਕਈ ਤਰ੍ਹਾਂ ਦੇ ਸਰੀਰ ਵਿੱਚੋਂ ਰੋਗ ਹਟਾਉਂਦਾ ਹੈ। ਇਹੋ ਜਿਹੇ ਗੁਰਸਿੱਖਾਂ ਦੇ ਮੈਂ ਦੀਦਾਰ ਕੀਤੇ ਨੇ, ਤੇ ਸਾਧ ਸੰਗਤ ਕਈ ਵਾਰ ਇਦਾਂ ਦੇ ਵੀ ਸੱਜਣ ਮਿਲ ਜਾਂਦੇ ਜਿਨ੍ਹਾਂ ਦੇ ਛਕਣ ਤੋਂ ਬਾਅਦ ਆਪ 2 ਜਪਜੀ ਸਾਹਿਬ ਕਰਨੇ ਪੈਂਦੇ, ਜੇ ਨਾ ਕਰੋ ਤਾਂ ਫਾਰਾ ਪਿਆ ਰਹਿੰਦਾ, ਕਿਉਂਕਿ ਉਹਨਾਂ ਨੇ ਕੁਛ ਕੀਤਾ। ਇੱਕ ਮਾਈ ਲੁਧਿਆਣੇ ਬਹੁਤ ਬਜ਼ੁਰਗ ਸੀ, ਹੁਣ ਚੜ੍ਹਾਈ ਕਰ ਗਈ। ਉਹਨਾਂ ਪੰਥ ਦੇ ਇੱਕ ਬੜੇ ਪਿਆਰੇ ਹੁਣ ਸਰਮੌਰ ਕਥਾਵਾਚਕ ਨੇ, ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਨੂੰ ਵੀ ਬੁਲਾਇਆ ਤੇ ਮੈਨੂੰ ਵੀ ਬੁਲਾਇਆ। ਸਾਧ ਸੰਗਤ ਪ੍ਰਸ਼ਾਦਾ ਸੀ, ਛਕਣ ਗਏ। ਉਹ ਜ਼ਿੰਦਗੀ ਦੀ ਮੇਰੀ ਪਹਿਲੀ ਘਟਨਾ ਸੀ। ਉਹਨਾਂ ਦੇ ਘਰ ਦੇ ਪ੍ਰਸ਼ਾਦੇ ਦੀ ਦਾਲ ਭਾਜੀ ਤੇ ਖੀਰ ਸਬਜ਼ੀ ਜੋ ਕੁਝ ਬਣਿਆ ਸੀ ਉਹ ਬੜਾ ਟੇਸਟੀ ਸੀ, ਤੇ ਸਭ ਨਾਲੋਂ ਜ਼ਿਆਦਾ ਸਵਾਦ ਉਹਨਾਂ ਇੱਕ ਖੀਰ ਬਣਾਈ। ਭਾਵੇਂ ਉਹ ਸਾਧ ਸੰਗਤ ਸਾਡੇ ਕਿੱਤੇ ਵਿੱਚ ਅਸੀਂ ਕੁਝ ਚੀਜ਼ਾਂ ਵਾਈਡ ਕਰੀਦੀਆਂ ਨੇ, ਘੱਟ ਛਕੀਦੀਆਂ ਨੇ, ਪਰ ਉਹ ਬੜੀ ਕਮਾਲ ਦੀ ਰਸਦਾਇਕ ਇੰਨੀ ਖੀਰ ਸੀ। ਜਦੋਂ ਪੁੱਛਿਆ ਤੇ ਬੜੀ ਹੈਰਾਨੀ ਦੀ, ਸਾਧ ਸੰਗਤ ਹੈਰਾਨੀ ਦੀ ਹੱਦ ਨਾ ਰਹੀ। ਉਹ ਮਾਈ ਨੇ ਪ੍ਰਸ਼ਾਦਾ ਬਣਾਇਆ, ਕਹਿੰਦੇ ਜੀ ਅਸੀਂ 2 ਮਹੀਨੇ ਪਹਿਲਾਂ ਬੁੱਕ ਕਰਾਇਆ ਸੀ ਪ੍ਰਸ਼ਾਦਾ ਛਕਾਉਣ, ਤੇ ਸਾਡੀ ਮਾਈ ਜਿਹੜੀ ਹੈ ਨਾ, ਇਹਨੇ ਪੂਰੇ 6 ਮਹੀਨਿਆਂ ਤੋਂ ਉਹ ਚੌਲਾਂ ਦੇ ਡੋਂਗੇ 2 ਰੱਖੇ ਹੋਏ ਨੇ। ਇੱਕ ਪਾਸਿਓਂ ਚੌਲ ਦਾ ਦਾਣਾ ਚੁੱਕਦੀ ਹੈ, ਦੂਜੇ ਪਾਸੇ ਮੂਲ ਮੰਤਰ ਪੜ੍ਹ ਕੇ ਫਿਰ ਚੌਲ ਚੁੱਕ ਕੇ ਰੱਖਦੀ ਹੈ। ਇਹਨੇ ਉਹ ਚੌਲਾਂ ਦਾ ਇੱਕ ਡੋਂਗਾ 1.5 ਗਲਾਸ 6 ਮਹੀਨਿਆਂ ਵਿੱਚ ਮੂਲ ਮੰਤਰ ਪੜ੍ਹ ਕੇ ਇੱਕ ਚੌਲ ਦੂਜੇ ਪਾਸੇ ਰੱਖਿਆ। ਤੇ ਸਾਧ ਸੰਗਤ ਜਿਨ੍ਹਾਂ ਚੌਲਾਂ ਤੇ ਇੰਨਾ ਮੂਲ ਮੰਤਰ ਬਾਣੀ ਦਾ ਪਾਠ ਹੋਇਆ ਹੋਵੇ, ਉਹ ਸਾਧ ਸੰਗਤ ਪ੍ਰਸ਼ਾਦਾ ਅੰਮ੍ਰਿਤ ਬਣ ਜਾਂਦਾ। ਫਿਰ ਉਹਦੇ ਵਰਗਾ ਰਸ ਦੁਨੀਆ 'ਚ ਲੱਭ ਲਓਗੇ ਕਿਤੇ। ਇਸ ਲਈ ਤੁਹਾਨੂੰ ਬੇਨਤੀ ਹੈ, ਤੁਹਾਡੇ ਘਰ ਅੰਦਰ ਪ੍ਰਸ਼ਾਦੇ ਦੀ ਤਸੀਰ ਬਦਲ ਜਾਏਗੀ। ਬਣਾਉਣ ਲੱਗਿਆਂ ਜ਼ਿਆਦਾ ਨਹੀਂ, 5-10 ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜੇ ਤੁਸੀਂ ਘਰ ਅੰਦਰ ਕਲੇਸ਼ ਪਾਉਣਾ, ਉਹ ਤਾਂ ਲੋਕਾਂ ਨੇ ਸਾਧਨ ਆਪੇ ਬਣਾਏ ਹੋਏ ਨੇ। ਆਟਾ ਇਕੱਠਾ ਹੀ ਗੁੰਨ ਕੇ ਬੀਬੀਆਂ ਫ੍ਰਿਜ 'ਚ ਰੱਖ ਲੈਂਦੀਆਂ, ਲੋੜ ਕੀ ਹੈ? ਬਸ ਜਦੋਂ ਰੌਲਾ ਪਿਆ ਦਵਾ ਦਾ ਉਧਰ ਬੈਨ ਆ ਗਈ ਬੱਚਿਆਂ ਦੀ, ਉਧਰ 2 ਪਰੌਂਠੇ, ਇੱਧਰ 2 ਤਵੇ ਬਾਲਣਗੀਆਂ, ਫਿਰ ਛੇਤੀ ਬੋਤਲ ਚੱਕਣਗੀਆਂ। ਬੱਚੇ ਦੀ ਟਾਈ ਨਹੀਂ ਲੱਭਦੀ, ID ਕਾਰਡ ਨਹੀਂ ਲੱਭਦਾ, ਉਹਨੂੰ ਪੂਣੀ ਬਣਾ ਕੇ ਹੱਥ ਵਿੱਚ ਰੋਟੀ ਦੇਣਗੀਆਂ, ਮਗਰ ਭੱਜਣਗੀਆਂ। ਅੱਧ ਕੱਚਾ ਪਰੌਂਠਾ ਜਿਹੜੀ ਬਿਰਤੀ ਨਾਲ ਤੁਸੀਂ ਖਿਲਾਇਆ, ਹੁਣ ਤੁਹਾਡੇ ਬੱਚੇ ਦਾ ਕੀ ਬਣੇਗਾ? ਜਿਹੜੀ ਬਿਰਤੀ ਨਾਲ ਤੁਸੀਂ ਬਣਾਇਆ ਹੈ, ਨਾ ਤੁਸੀਂ ਇਸ਼ਨਾਨ ਕੀਤਾ, ਨਾ ਕੋਈ ਹੱਥ ਮੂੰਹ ਧੋਤਾ, ਬੈਨ ਆ ਗਈ ਹੈ, ਭੱਜੋ ਰਸੋਈ ਵਿੱਚ ਬਿਨਾਂ ਇਸ਼ਨਾਨ ਕੀਤਿਆਂ, ਬਿਨਾਂ ਵਾਹਿਗੁਰੂ ਕਿਹਾ।
ਪ੍ਰਸ਼ਾਦਾ ਬਣਾਉਂਦੇ ਹੋ ਸਾਧ ਸੰਗਤ, ਤਾਂ ਇਹ ਸਭ ਕੁਝ ਘਰਾਂ ਵਿੱਚ ਹੋ ਰਿਹਾ ਹੈ। ਮੈਂ ਇੱਕ ਸਿੱਧੀ ਜਿਹੀ ਉਦਾਹਰਨ ਪਿੰਡਾਂ ਵਾਲੀ ਦਿੰਦਾ ਹੁੰਦਾ, ਬਦਾਮ ਦੀਆਂ ਗਿਰੀਆਂ ਪਾਣੀ 'ਚ ਭਿੰਦੋ, ਉਹਦੀ ਤਸੀਰ ਬਦਲ ਜਾਂਦੀ ਨਾ, ਠੰਡੀਆਂ ਹੋ ਜਾਂਦੀਆਂ। ਜੇ ਬਦਾਮ ਪਾਣੀ 'ਚ ਭਿਉਂਦੇ ਉਹਦੀ ਤਸੀਰ ਬਦਲ ਸਕਦੀ ਹੈ। ਵਾਹਿਗੁਰੂ ਵਾਹਿਗੁਰੂ ਜਪ ਕੇ ਪ੍ਰਸ਼ਾਦਾ ਬਣਾਓ, ਤੁਹਾਡੇ ਪ੍ਰਸ਼ਾਦੇ ਦੀ ਤਸੀਰ ਬਦਲ ਜਾਏਗੀ ਤੇ ਜਿਹੜਾ ਪਰਿਵਾਰ ਵਿੱਚ ਛਕੇਗਾ ਉਹਦੀ ਤਕਦੀਰ ਬਦਲ ਜਾਏਗੀ। ਕਿੱਥੋਂ ਆਉਣਗੇ ਤੁਹਾਡੇ ਘਰਾਂ 'ਚ ਨਸ਼ੇ? ਜੇ ਆਪਾਂ ਵਾਹਿਗੁਰੂ ਜਪੀਏ, ਜ਼ਿਆਦਾ ਨਹੀਂ 5 10 20 ਵਾਰ ਜਪ ਲਿਆ ਕਰੋ। ਖੈਰ ਅਕਬਰ ਬਾਦਸ਼ਾਹ 3 ਦਿਨ ਰਿਹਾ ਪ੍ਰਸ਼ਾਦਾ ਛਕਦਾ ਰਿਹਾ। ਉਸ ਤੋਂ ਬਾਅਦ 5ਵੇਂ ਪਾਤਸ਼ਾਹ ਵੇਲੇ ਸ਼ਿਕਾਇਤ ਹੋ ਗਈ। ਬਾਦਸ਼ਾਹ ਅਕਬਰ ਨੂੰ ਦੁਖੀਆਂ ਨੇ ਸ਼ਿਕਾਇਤ ਕੀਤੀ, ਕਹਿੰਦੇ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਗ੍ਰੰਥ ਬਣਾਇਆ ਹੈ, ਉਹਦੇ ਵਿੱਚ ਇਸਲਾਮ ਦੀ ਬੜੀ ਤੋਹੀਨ ਹੈ, ਉਹਨਾਂ ਨੇ ਤਾਂ ਬਹੁਤ ਵੱਡਾ ਗ੍ਰੰਥ ਤਿਆਰ ਕਰ ਦਿੱਤਾ। ਤਾਂ ਦੁਖੀਆਂ ਦੀ ਸ਼ਿਕਾਇਤ ਉੱਤੇ ਰਾਜੇ ਨੂੰ ਅਮਲ ਕਰਨਾ ਪਿਆ। ਰਾਜਾ ਉਹਨੇ ਲਾਹੌਰ ਜਾਣਾ ਸੀ, ਜਰਨੈਲੀ ਸੜਕ, ਇਸ ਸੜਕ ਤੋਂ ਸਿੱਧਾ ਸ਼ੇਰ ਸ਼ਾਹ ਸੂਰੀ ਮਾਰਗ ਜਿਹੜਾ ਗੋਇੰਦਵਾਲ ਸਾਹਿਬ ਦੇ ਬਾਹਰੋਂ ਲੰਘਦਾ ਸੀ, ਗੋਇੰਦਵਾਲ ਸਾਹਿਬ ਆਇਆ। ਉਹਨੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸੁਣਿਆ ਤੁਹਾਡੇ ਵਿਰੁੱਧ ਕਿ ਤੁਸੀਂ ਇੱਕ ਗ੍ਰੰਥ ਤਿਆਰ ਕੀਤਾ, ਮੇਰੇ ਕੋਲ ਸ਼ਿਕਾਇਤ ਆਈ ਹੈ, ਉਹਦੇ ਵਿੱਚ ਇਸਲਾਮ ਦੀ ਤੋਹੀਨ ਹੈ। ਰਾਜਾ ਹੋਣ ਦੇ ਨਾਤੇ, ਕਿਉਂਕਿ ਮੈਂ ਇਸਲਾਮ ਨਾਲ ਸੰਬੰਧਿਤ ਹੈ, ਸ਼ਿਕਾਇਤ ਸੁਣਨੀ ਪਈ ਹੈ, ਉਸ ਗ੍ਰੰਥ ਦੇ ਦਰਸ਼ਨ ਕਰਾਓ। ਪਾਤਸ਼ਾਹ ਨੇ ਸਿੱਖ ਕੱਲੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 974 ਅੰਗ ਉਦੋਂ ਸਨ। ਪਾਤਸ਼ਾਹ ਦਾ ਉਹ ਗ੍ਰੰਥ ਲਿਆ ਕੇ ਗੋਇੰਦਵਾਲ ਸਾਹਿਬ ਪ੍ਰਕਾਸ਼ ਕੀਤਾ ਤੇ ਅਕਬਰ ਬਾਦਸ਼ਾਹ ਸਾਹਮਣੇ ਬਹਿ ਗਿਆ। ਸ਼ਿਕਾਇਤ ਕਰਨ ਵਾਲੇ ਵੀ ਸੱਦ ਲਏ, ਸਭ ਬੈਠ ਗਏ। ਕਿਹਾ ਜੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸੁਣਾਓ। ਜਦੋਂ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ ਤਾਂ ਪਹਿਲਾ ਸ਼ਬਦ ਪ੍ਰਕਾਸ਼ ਕਰਕੇ ਪੜਿਆ, ਯਕਰਜ ਗੁਫਤਮ ਪੇਸ ਕੋ ਦਰ ਗੋਸ ਕੁਨ ਕਰਤਾਰ। ਅਰਬੀ ਫਾਰਸੀ ਸਿੱਧੀ ਉਹਨੂੰ ਸਮਝ ਆਉਂਦੀ ਸੀ ਅਕਬਰ ਨੂੰ। ਯਕਰਜ ਗੁਫਤਮ ਪੇਸ ਕੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ, ਮਮ ਸਰ ਮੁਇ ਇਜ਼ਰਾਇਲ ਗਿਰਫਤੇ ਦਿਲ ਹੀਚ ਨਾ ਦਾਨੀ। ਸਿੱਧਾ ਸਮਝ ਆਇਆ। ਉਹ ਕਹਿੰਦਾ ਇਹਦੇ ਵਿੱਚ ਤਾਂ ਪਰਵਦਗਾਰ ਦੀ ਉਸਤਤ ਵਡਿਆਈ ਹੈ, ਇਹ ਚ ਤਾਂ ਕੋਈ ਤੋਹੀਨ ਨਹੀਂ ਹੈ ਬਈ। ਦੁਖੀ ਬੰਦੇ ਕਹਿੰਦੇ ਜੀ ਨਹੀਂ ਜਾਣ ਕੇ ਸ਼ਬਦ ਕੱਢਿਆ, ਥੋੜਾ ਜਿਹਾ ਅੱਗੇ ਕਰਾ ਕੇ ਪੜੋ। ਥੋੜੇ ਅੰਗ ਪੰਨੇ ਅੱਗੇ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ। ਦੇਖੋ ਸਾਧ ਸੰਗਤ ਵਿਸ਼ਵਾਸ ਰੱਖਿਓ, ਗੁਰੂ ਗ੍ਰੰਥ ਸਾਹਿਬ ਪ੍ਰਤੱਖ ਬੋਲਦੇ। ਜਦੋਂ ਥੋੜੇ ਅੰਗ ਅੱਗੇ ਕਰਕੇ ਪੜਿਆ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਅੱਗੇ ਅੰਗ ਕਰਕੇ ਸ਼ਬਦ ਪੜਿਆ, ਮਾਰੂ ਮਹੱਲਾ ਪੰਜਵਾ, ਅੱਲਾ ਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਵਖੀਰ ਮੁਸਾਫਰ, ਇਹ ਦਰਵੇਸ਼ ਕਬੂਲ ਦਰਾ। ਸੁਣ ਕੇ ਬਾਦਸ਼ਾਹ ਕਹਿੰਦਾ, ਦੱਸੋ ਬਈ ਇਹ ਤਾਂ ਖੁਦਾ ਦੇ ਦਰਵੇਸ਼ ਅੱਲਾਹ ਤਾਲਾ ਦੀ ਵਡਿਆਈ ਹੈ, ਹੁਣ ਦੱਸੋ। ਉਹ ਕਹਿੰਦੇ ਜੀ ਸਾਡੇ ਕਹਿਣ ਉੱਤੇ ਇੱਕ ਵਾਰ ਆਖਰੀ ਥੋੜੇ ਜਿਹੇ ਪੰਨੇ ਅੱਗੇ ਕਰਕੇ ਪੜਾਓ। ਜਦੋਂ ਥੋੜੇ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਕਰਕੇ ਪੜਿਆ, ਅਕਬਰ ਬਾਦਸ਼ਾਹ ਸਾਹਮਣੇ ਬੈਠਾ ਤੇ ਹੁਕਮ ਆਇਆ, ਫਿਰ ਆਵਾਜ਼ ਆਈ ਪ੍ਰਭਾਤੀ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਢਾਈ। ਅਕਬਰ ਉੱਠਿਆ, ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਗੋਡਨੇ ਟੇਕ ਕੇ ਨਤਮਸਤ ਹੋ ਕੇ ਡੰਡੌਤ ਕਰ ਮੱਥਾ ਟੇਕਿਆ। ਜਦੋਂ ਉਹਨੇ ਸਜਦਾ ਕੀਤਾ, ਕੀਤੀ ਹੋਈ ਸ਼ਿਕਾਇਤ ਖਾਰਜ ਕਰ ਦਿੱਤੀ। ਉਹਨੇ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੂਜਣ ਯੋਗ ਹੈ, ਇਹ ਗ੍ਰੰਥ ਵਿੱਚ ਕਿਸੇ ਧਰਮ ਦੀ ਤੋਹੀਨ ਨਹੀਂ, ਇਹ ਰੱਬੀ ਗ੍ਰੰਥ ਹੈ, ਇਹ ਅੱਲਾਹ ਤਾਲਾ ਦੇ ਖੁਦਾ ਦੇ ਪੈਗਾਮੀ ਗ੍ਰੰਥ ਹੈ, ਇਸ ਗ੍ਰੰਥ ਨੂੰ ਪੂਜਣਾ ਚਾਹੀਦਾ। ਅਕਬਰ ਨੇ ਉੱਠ ਕੇ ਖੁਦ ਮੱਥਾ ਟੇਕਿਆ। ਸਾਧ ਸੰਗਤ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਗੁਰੂ ਮੰਨਦੇ ਹਾਂ। ਵੱਧ ਤੋਂ ਵੱਧ ਬਾਣੀ ਪੜੋ। ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਗੁਟਕੇ ਪੋਥੀਆਂ ਹੋਣੀਆਂ ਚਾਹੀਦੀਆਂ ਨੇ। ਜਿਨ੍ਹਾਂ ਨੂੰ ਬਾਣੀ ਪੜ੍ਹਨੀ ਆਉਂਦੀ, ਸਹਿਜ ਪਾਠ ਕਰਿਆ ਕਰੋ। ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਜਾਪ ਜ਼ਰੂਰ ਕਰਾਓ, ਤਾਂ ਜੋ ਸਾਧ ਸੰਗਤ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਜਨਮ ਸਫਲ ਹੋਵੇ। ਬਾਣੀ ਪੜੋ, ਰਹਿਤ ਰੱਖੋ,
ਹਰ ਬੱਚੇ ਦੇ ਵੱਡੇ ਦੇ ਹੱਥ ਵਿੱਚ ਗੁਰੂ ਦਾ ਦਿੱਤਾ ਦਸ਼ਮੇਸ਼ ਪਿਤਾ ਦਾ ਕੜਾ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹ ਹੱਥ ਵਿੱਚ ਕੜੇ ਜ਼ਰੂਰ ਪਹਿਨੋ। ਕੜਾ ਪਹਿਨਣ ਦੇ ਨਾਲ, ਬਾਣੀ ਪੜਨ ਦੇ ਨਾਲ ਤੁਹਾਡੇ ਭਰਮ ਦੂਰ ਹੋਣਗੇ। ਭੁੱਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰੂ ਦੇ ਦੱਸੇ ਆਪਾਂ ਮਾਰਗ ਤੇ ਫਿਰ ਤੁਰ ਸਕਾਂਗੇ, ਵਹਿਮ ਭਰਮ ਖਤਮ ਹੋਣਗੇ। ਨਹੀਂ ਤੇ ਪਿੰਡਾਂ ਵਿੱਚ ਵੀ ਇਹ ਸ਼ਹਿਰਾਂ ਚੋਂ ਬਿਮਾਰੀ ਆ ਗਈ ਹੈ ਨਵੀਂ। ਉਹ ਪਤਾ ਕੀ ਹੈ, ਹੱਥਾਂ 'ਚ ਕੜੇ ਨਹੀਂ ਪਾਏ ਹੋਏ, ਬਾਣੀ ਨਹੀਂ ਪੜ੍ਹਦੇ, ਆਪਾਂ ਉਦਾਂ ਗੁਰੂ ਦੇ ਸਿੱਖ ਖਵਾਉਨੇ ਆ। ਨਵੀਂ ਬਿਮਾਰੀ ਚੱਲੀ ਹੋਈ ਹੈ, ਪੈਰਾਂ ਵਿੱਚ ਕਾਲੇ ਧਾਗੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨਣ ਲੱਗ ਪਈਆਂ, ਬੰਦੇ ਵੀ ਬੰਨਣ ਲੱਗ ਪਏ। ਉਹ ਨਵਾਂ ਹੀ ਇੱਕ ਬਿਮਾਰੀ ਚੱਲੀ। ਸਾਡੇ ਸ਼ਹਿਰਾਂ ਵਿੱਚ ਵੀ ਉੱਥੇ ਚੱਲਦਾ, ਪਿੰਡਾਂ ਵਿੱਚ ਵੀ ਬੀਬੀਆਂ ਬੰਨਣ ਲੱਗ ਪਈਆਂ। ਇਹ ਕਾਲੇ ਧਾਗਿਆਂ ਤੋਂ ਬਚੋ, ਹੱਥ ਵਿੱਚ ਕੜਾ ਪਾਓ, ਬਾਣੀ ਪੜੋ, ਗੁਰੂ ਦੇ ਨਾਲ ਜੁੜੋ, ਫਿਰ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ। ਇੱਕ ਲੜਕੀ ਨੇ ਪੈਰਾਂ 'ਚ ਕਾਲਾ ਧਾਗਾ ਬੰਨਿਆ ਸੀ। ਹੁਣ ਵੀ ਥੋੜੇ ਦਿਨ ਪਹਿਲਾਂ ਸੀ ਇੱਕ ਬੱਚੀ, ਉਹ ਹੋਮਿਓਪੈਥਿਕ ਡਾਕਟਰ ਬਣ ਰਹੀ ਹੈ, ਉਹਦਾ ਹੁਣ 3 ਕਿ 4 ਸਾਲ ਹੈ। ਤਾਂ ਉਹਦੇ ਵੀ ਪੈਰ ਉੱਤੇ ਬੰਨਿਆ। ਮੈਂ ਵੀ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਵੀ ਤੁਸੀਂ ਕੀ ਕਰਦੇ ਹੋ? ਕਹਿੰਦੀ ਜੀ ਮੈਂ ਡਾਕਟਰ ਬਣ ਰਹੀ ਹਾਂ। ਤੇ ਮੈਂ ਕਿਹਾ ਵੀ ਦਵਾਈ ਨਾਲ ਠੀਕ ਕਰ ਦੇਂਗੇ ਧਾਗਿਆਂ ਨਾਲ? ਉਹ ਮੇਰੇ ਮੂੰਹ ਵੱਲ ਵੇਖੇ, ਕਹਿੰਦੀ ਨਹੀਂ ਦਵਾਈ ਨਾਲ। ਮੈਂ ਕਿਹਾ ਜੇ ਦਵਾਈ ਨਾਲ ਕਰਦੇ ਫਿਰ ਪੈਰ ਤੇ ਧਾਗਾ? ਕਹਿੰਦੀ ਇਹ ਤਾਂ ਉੱਦੇ ਬੰਨਿਆ। ਮੈਂ ਕਿਹਾ ਜੇ ਤਾਂ ਧਾਗੇ ਨਾਲ ਠੀਕ ਹੁੰਦੇ ਫਿਰ ਤਾਂ ਧਾਗੇ ਮੈਨੂੰ ਵੀ ਦੇ ਦੇ, ਮੈਂ ਵੀ ਲੋਕਾਂ ਨੂੰ ਵੰਡ ਦੇਣਾ। ਜੇ ਦਵਾਈ ਨਾਲ ਠੀਕ ਹੁੰਦਾ ਫਿਰ ਦਵਾਈ ਦਾ ਪ੍ਰਚਾਰ ਕਰੀਏ। ਕਹਿੰਦੀ ਨਹੀਂ ਦਵਾਈ ਨਾਲ ਠੀਕ ਹੁੰਦਾ। ਤਾਂ ਸਾਧ ਸੰਗਤ, ਫਿਰ ਮੈਂ ਉਹਨੂੰ ਕਿਹਾ ਧਾਗਾ ਵੱਢ। ਉਹਨੇ ਆਪਣੇ ਪੈਰ ਦਾ ਧਾਗਾ ਉਸੇ ਵਕਤ ਵੱਢ ਦਿੱਤਾ। ਤੁਹਾਨੂੰ ਵੀ ਬੇਨਤੀ ਹੈ, ਵਹਿਮਾਂ ਭਰਮਾਂ 'ਚ ਨਾ ਪਾਓ। ਜੇ ਕਿਸੇ ਨੇ ਪੈਰ ਤੇ ਕਾਲਾ ਧਾਗਾ ਬੰਨਿਆ, ਕਿਰਪਾ ਕਰਕੇ ਵੱਢ ਦਿਓ। ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ, ਕਿਉਂ ਕੈਂਚੀ ਨਹੀਂ ਮਿਲਣੀ ਇੱਥੇ। ਧਾਗਾ ਜ਼ਰੂਰ ਵੱਢ ਦਿਓ ਜੇ ਕਿਸੇ ਨੇ ਬੰਨਿਆ। ਹੱਥ ਵਿੱਚ ਪਾਓ ਕੜਾ ਗੁਰੂ ਦਾ, ਪੜੋ ਘਰ ਵਿੱਚ ਜਪਜੀ ਸਾਹਿਬ ਦੀ ਬਾਣੀ। ਆਪਾਂ ਗੁਰੂ ਨੂੰ ਅਰਦਾਸ ਕਰੀਏ, ਮਹਾਰਾਜ ਸਾਨੂੰ ਭੁੱਲਿਆਂ ਨੂੰ ਮਾਰਗ ਪਾਓ। ਵੱਡੇ ਭਾਗਾਂ ਨਾਲ ਇਸ ਮਾਨਸ ਦੇਹੀ ਵਿੱਚ ਗੁਰੂ ਮਿਲਿਆ। ਇਹ ਵਕਤ ਆਪਾਂ ਗਵਾ ਨਾ ਦਈਏ ਸਾਧ ਸੰਗਤ। ਇਹ ਕਾਮ, ਕ੍ਰੋਧ, ਲੋਭ, ਅਹੰਕਾਰ, ਵੈਰ, ਈਰਖਾ, ਦਵੈਸ਼ ਜਾਂ ਫਿਰ ਨਸ਼ਿਆਂ ਦੇ ਵਿੱਚ, ਮਾੜੀਆਂ ਚੀਜ਼ਾਂ 'ਚ ਜਨਮ ਗਵਾਚ ਨਾ ਜਾਵੇ। ਕਿਉਂ ਜਿੱਦਾਂ ਜਿੱਦਾਂ ਆਪਣੀ ਉਮਰ ਵੱਡੀ ਹੋਣੀ ਨਾ, ਉਦਾਂ ਉਦਾਂ ਮਨ ਵੀ ਕਮਜ਼ੋਰ ਹੋਣਾ। ਹੁਣ ਅਜੇ ਮਨ ਤਕੜਾ ਮਨ ਬਹੁਤ ਚੀਜ਼ਾਂ ਛੱਡ ਦਿੰਦਾ। ਜਿਨ੍ਹਾਂ ਬੰਦਿਆਂ ਦੀ 50 ਸਾਲ ਤੋਂ 55 ਤੋਂ ਉਮਰ ਟੱਪ ਜਾਂਦੀ, ਬਜ਼ੁਰਗ ਹੋਣ ਲੱਗ ਪੈਂਦੇ, ਉਹਨਾਂ ਤੋਂ ਨਸ਼ੇ ਛੁੱਟਦੇ ਨਹੀਂ ਛੇਤੀ ਫਿਰ, ਕਿਉਂਕਿ ਕਮਜ਼ੋਰ ਹੋ ਜਾਂਦੇ ਮਾਨਸਿਕ ਤੌਰ। ਇਸ ਉਮਰ ਵਿੱਚ ਬੜਾ ਵੱਡਾ ਡਿਸੀਜਨ ਲਿਆ ਜਾ ਸਕਦਾ। ਕਦੇ ਤੁਸੀਂ ਵੇਖਿਓ 40 ਸਾਲ ਦੀ ਉਮਰ ਤੱਕ ਬੰਦਾ ਮੰਨਦਾ ਨਹੀਂ, ਕਰਜ਼ਾ ਚੁੱਕਣਾ ਹੋਵੇ ਚੁੱਕ ਲੈਂਦਾ ਝੱਟ। ਜਦੋਂ ਸਿਆਣਾ ਹੋ ਜਾਂਦਾ ਫਿਰ ਉਹ ਕਰਜ਼ੇ ਤੋਂ ਡਰਨ ਲੱਗ ਪੈਂਦਾ। ਉਹ ਕਹਿੰਦਾ ਨਹੀਂ ਰਿਸਕ ਨਹੀਂ ਲੈਣਾ ਕਾਕਾ, ਕਰਜ਼ਾ ਨਹੀਂ ਚੁੱਕਣਾ, ਉਹ ਡਰਦਾ। ਇਦਾਂ ਸਾਧ ਸੰਗਤ ਉਮਰ ਹੈ, ਉਸ ਉਮਰ ਵਿੱਚ ਤੁਸੀਂ ਮਾਨਸਿਕ ਤੌਰ ਤੇ ਤਕੜੇ ਹੋ, ਵੱਡਾ ਡਿਸੀਜਨ ਲਿਆ ਜਾ ਸਕਦਾ। ਜਦੋਂ ਉਮਰ ਲੰਘ ਜਾਏ ਫਿਰ ਇਹ ਔਗਣ ਹਾਵੀ ਹੋ ਜਾਂਦੇ ਨੇ, ਉਹ ਚੀਜ਼ਾਂ ਫਿਰ ਸਾਤੋਂ ਛੁੱਟਦੀਆਂ ਨਹੀਂ। ਹੁਣ ਵਕਤ ਹੈ, ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ। ਪੜੋ ਪਿਆਰ ਨਾਲ ਆਪਾਂ ਸਮਾਪਤੀ ਕਰੀਏ। ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ। ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਸਮੂਹ ਪ੍ਰਬੰਧਕਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਉਹਨਾਂ ਦਾ ਧੰਨਵਾਦ। ਨੌਜਵਾਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮ ਲਿਖ ਕੇ ਔਰ ਸਾਧ ਸੰਗਤ ਆਪ ਸੰਗਤ ਦੇ ਦਰਸ਼ਨ ਕਰਵਾਏ।
ਬੜੇ ਬੀਬੇ ਨੌਜਵਾਨ ਨੇ ਮੈਨੂੰ ਫੋਨ ਤੇ ਕਹਿੰਦੇ ਜੀ ਅਸੀਂ ਬਹੁਤਾ ਖਰਚਾ ਨਹੀਂ ਦੇ ਸਕਦੇ। ਮੈਨੂੰ ਕਿਹਾ ਕੋਈ ਨਹੀਂ, ਤੁਸੀਂ ਤਕੜੇ ਹੋ ਕੇ ਸਮਾਗਮ ਕਰੋ, ਖਰਚਿਆਂ ਦਾ ਕੀ ਤਾਂ ਚੱਲੀ ਜਾਂਦੇ ਗੁਰੂ ਦੀ ਕਿਰਪਾ ਨਾਲ। ਘੱਟ ਵੱਧ ਕੋਈ ਇਦਾਂ ਦਾ ਇਹ ਨਹੀਂ ਹੈ ਵੀ ਜੀ ਇੰਨੇ ਹੀ ਲੈਣੇ ਸਾਧ ਸੰਗਤ, ਨਹੀਂ ਤੁਸੀਂ ਪਿਆਰ ਨਾਲ ਬੱਚੇ ਨੌਜਵਾਨ ਅੱਗੇ ਹੋਏ ਨੇ, ਆਪਾਂ ਉਸ ਤਰੀਕੇ ਨਾਲ ਪ੍ਰਚਾਰ ਕਰੀਏ। ਇਹ ਕੋਈ ਵਪਾਰ ਨਹੀਂ ਹੈ, ਇਹ ਪ੍ਰਚਾਰ ਹੈ। ਪਾਲਣਹਾਰ ਸਤਿਗੁਰੂ ਹੈ, ਉਹ ਆਪਣੇ ਆਪ ਸਾਧ ਸੰਗਤ ਬਖਸ਼ਿਸ਼ਾਂ ਕਿਰਪਾ ਕਰ ਦਿੰਦੇ। ਸੋ ਬਹੁਤ ਧੰਨਵਾਦ ਇਹਨਾਂ ਨੌਜਵਾਨਾਂ ਦਾ, ਬੜੇ ਬੀਬੇ ਬੱਚੇ ਨੇ। ਸਤਿਗੁਰੂ ਇਹਨਾਂ ਦੀ ਸੇਵਾ ਪ੍ਰਵਾਨ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ। ਲਾਗਲੇ ਨਗਰਾਂ ਤੋਂ ਸੰਗਤਾਂ ਆਈਆਂ, ਉਹਨਾਂ ਦਾ ਧੰਨਵਾਦ। ਬੜੇ ਪਿਆਰੇ ਸਾਡੇ ਸੱਜਣ ਜੀ, ਕੱਲ ਵੀ ਪਟਿਆਲੇ ਤੋਂ ਉਹਨਾਂ ਨੇ ਦਰਸ਼ਨ ਦਿੱਤੇ, ਅੱਜ ਵੀ ਉਹ ਆਪਣੀ ਚਰਨ ਧੂੜੀ ਲੈ ਕੇ ਆਏ ਹਨ। ਜੀ ਆਇਆਂ ਨੂੰ। ਉਹ ਬੀਬਾ ਜੀ ਡਾਕਟਰ ਹਨ ਤੇ ਪਟਿਆਲੇ ਤੋਂ ਆਏ, ਜੀ ਆਇਆਂ ਨੂੰ। ਸਤਿਗੁਰੂ ਕਿਰਪਾ ਕਰਨ। ਇਹ ਅੰਦਰ ਸਾਧ ਸੰਗਤ ਗੁਰੂ ਹੀ ਚਾਓ ਪੈਦਾ ਕਰੇ, ਤਦੋਂ ਬੰਦਾ ਆਉਂਦਾ, ਨਹੀਂ ਤੇ ਆ ਨਹੀਂ ਸਕਦੇ। ਭਾਵੇਂ ਹੁਣ ਐਡਾ ਵੱਡਾ ਪਿੰਡ ਹੈ ਤੁਹਾਡਾ, ਜਿਨ੍ਹਾਂ ਦੇ ਭਾਗਾਂ 'ਚ ਨਹੀਂ, ਉਹਨਾਂ ਨੂੰ ਭਾਵੇਂ ਆਵਾਜ਼ ਸੁਣਦੀ ਵੀ ਰਵੇ, ਉਹ ਨਹੀਂ ਆ ਸਕਦੇ। ਸਤਿਗੁਰ ਦੀ ਕਿਰਪਾ ਬਖਸ਼ਿਸ਼ ਹੈ। ਸੋ ਸਤਿਗੁਰ ਦਾ ਸ਼ੁਕਰਾਨਾ ਕਰਿਓ, ਮੇਰੇ ਵਾਸਤੇ ਵੀ ਅਰਦਾਸ ਕਰਿਓ। ਜੋ ਸਤਿਗੁਰੂ ਰਸਨਾ ਤੋਂ ਖਵਾਉਂਦੇ ਹਨ, ਅਸੀਂ ਆਪਣੇ ਜੀਵਨ ਵਿੱਚ ਵੀ ਕਮਾ ਸਕੀਏ, ਤਾਂ ਜੋ ਆਪ ਸੰਗਤ ਦੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ। ਅਸੀਸ ਦਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।